ਜੀਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਾਂ ਕਰੀ ਵਖਿਆ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਾਂ ਕਰੀ ਵਖਿਆਨ। ਪਰਮ ਸਤਿਕਾਰਯੋਗ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਾਧ ਸੰਗਤ ਜੀ, ਸਾਹਿਬਾਂ ਦੀ ਪਾਵਨ ਪਵਿੱਤਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵੱਡੇ ਭਾਗਾਂ ਵਾਲੇ ਆਪਾਂ ਸਾਰੇ, ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਸਿੱਧ ਗੋਸ਼ ਦੀ ਵਿਚਾਰ ਮਾਲਕ ਆਪ ਕਰਾ ਰਹੇ ਹਨ, ਆਪ ਹੀ ਸਰਵਣ ਕਰਾਉਣਗੇ। ਇਹ ਮਾਲਕ ਦੀ ਆਪਣੀ ਵਡਿਆਈ ਹੈ ਭਾਈ। ਸੋ ਹੁਣ ਆਪਾਂ ਕੱਲ ਇੱਥੇ ਤੱਕ ਵਿਚਾਰ ਕਰਕੇ ਆਏ ਸੀ। ਗੁਰਮੁਖ ਰਤਨ ਲਹੈ ਲਿਵ ਲਾਏ, ਗੁਰਮੁਖ ਪਰਖੈ ਰਤਨ ਸੁਭਾਏ। ਗੁਰਮੁਖ ਸਾਚੀ ਕਾਰ ਕਮਾਏ, ਗੁਰਮੁਖ ਸਾਚੇ ਮਨ ਪਤੀ ਆਏ। ਗੁਰਮੁਖ ਅਲਖ ਲਖਾਏ, ਤਿਸ ਭਾਵੈ। ਨਾਨਕ ਗੁਰਮੁਖ ਚੋਟ ਨਾ ਖਾਵੈ, ਗੁਰਮੁਖ ਅਲਖ ਲਖਾਏ, ਤਿਸ ਭਾਵੈ। ਨਾਨਕ ਗੁਰਮੁਖ ਚੋਟ ਨਾ ਖਾਵੈ। ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਜੋ ਸ੍ਰਿਸ਼ਟੀ ਨੂੰ ਘਟ ਬੈਠੇ ਰੱਬ ਦੀ ਬਾਣੀ, ਇਹਨਾਂ ਨੂੰ ਉਹ ਆਪ ਗੁਰੂ ਮੰਨ ਰਹੇ ਹਨ। ਉਸ ਬਾਣੀ ਨੂੰ ਵਿਚਾਰਦਿਆਂ ਹੋਇਆਂ ਸੱਚੇ ਪਾਤਸ਼ਾਹ ਸਮਝਾਉਣਾ ਕਰ ਰਹੇ ਨੇ ਕਿ ਜੀਵਨ ਵਿੱਚ ਜਿਤਨੇ ਵੀ ਮਾਲਕ ਦੇ ਨਾਲ ਜੁੜੇ ਹਨ, ਘਟ ਬੈਠੇ ਮਾਲਕ ਨਾਲ ਜੁੜੇ, ਇਹ ਤਰੀਕਾ ਹੈ, ਇਹ ਰਸਤਾ ਹੈ ਕਿ ਘਟ ਬੈਠੇ ਰੱਬ ਦੇ ਨਾਲ ਜੁੜਨਾ, ਘਟ ਬੈਠੇ ਰੱਬ ਨੂੰ ਪਹਿਚਾਨਣਾ, ਘਟ ਬੈਠੇ ਰੱਬ ਦੇ ਗਿਆਨ ਦੇ ਨਾਲ ਆਪਣੇ ਜੀਵਨ ਦੇ ਵਿੱਚ ਰੱਬ ਦੇ ਗੁਣ ਗਾਉਣੇ, ਘਟ ਬੈਠੇ ਰੱਬ ਦੇ ਗਿਆਨ ਨੂੰ ਪ੍ਰਾਪਤ ਕਰਕੇ ਸਭ ਦੇ ਵਿੱਚ ਘਟ ਬੈਠਾ ਰੱਬ ਦੇਖਣਾ। ਤਾਂ ਜਾਣੋ ਆਪਣਾ ਜੀਵਨ ਉਸ ਰਮੇ ਹੋਏ ਰਾਮ ਦੀ ਬੰਦਗੀ ਕਰ ਰਿਹਾ ਹੈ, ਜੋ ਰਾਮ ਰਮਿਆ ਹੋਇਆ ਆਪਣੇ ਵਿੱਚ ਭਰਪੂਰ ਹੈ, ਤੇ ਨਾਲ ਦੀ ਨਾਲ ਐਸਾ ਮਾਲਕ ਸਭ ਦੇ ਵਿੱਚ ਰਮ ਰਿਹਾ, ਸਭ ਦੇ ਵਿੱਚ ਭਰਪੂਰ ਹੋ ਕੇ ਵਰਤ ਰਿਹਾ। ਜੇ ਕਮੀ ਹੈ ਰੱਬ ਦੀ ਨਹੀਂ ਹੈ, ਜੇ ਕਮੀ ਹੈ ਤੇ ਬੰਦੇ ਦੀ ਹੈ। ਇਹ ਗਿਆਨ ਨਾ ਹੋਣ ਕਾਰਨ ਬੰਦਾ ਜੀਵਨ ਦੇ ਵਿੱਚ ਰੱਬ ਤੋਂ ਦੂਰ ਰਹਿੰਦਾ ਹੈ। ਜਿਹੜਾ ਰੱਬ ਸਭ ਤੋਂ ਨੇੜੇ ਹੋਵੇ, ਉਹ ਤੋਂ ਹੀ ਦੂਰ ਰਹਿੰਦਾ ਹੈ। ਫੇਰ ਬੰਦਾ ਦੁੱਖ ਪਾਉਂਦਾ ਹੈ, ਤੇ ਬੰਦਾ ਉਦੋਂ ਤੱਕ ਸੰਸਾਰ ਦੇ ਵਿੱਚ ਮੁਕਤ ਨਹੀਂ ਹੁੰਦਾ, ਚਾਹੇ ਕਿਸੇ ਜਾਤੀ ਦਾ ਹੋਵੇ, ਚਾਹੇ ਕਿਸੇ ਸੰਪਰਦਾ ਦਾ ਹੋਵੇ, ਚਾਹੇ ਕਿਸੇ ਦੇਸ਼ ਕਾਲ ਵਿੱਚ ਦੀ ਲੰਘਦਾ ਹੋਵੇ। ਉਹ ਉਦੋਂ ਤੱਕ ਮੁਕਤ ਨਹੀਂ ਹੁੰਦਾ ਜਦੋਂ ਤੱਕ ਘਟ ਬੈਠੇ ਰੱਬ ਨੂੰ ਆਪਣੇ ਵਿੱਚ, ਤੇ ਐਸਾ ਹੀ ਰੱਬ ਸਭ ਦੇ ਵਿੱਚ ਨਾ ਜਾਣ ਲਵੇ, ਤੇ ਉਹਦੀ ਉਸਤਤ ਕਰਦਿਆਂ ਕਰਦਿਆਂ ਵਾਹ ਵਾਹ ਨਾ ਕਰਨ ਲੱਗ ਜੇ, ਉਦੋਂ ਤੱਕ ਜੀਵਨ ਰੱਬ ਦੇ ਵਿੱਚ ਨਹੀਂ ਸਮਾਉਂਦਾ ਹੈ, ਉਦੋਂ ਤੱਕ ਜੀਵਨ ਜਿਉਂਦਾ ਮੁਕਤ ਨਹੀਂ ਹੁੰਦਾ। ਐਸਾ ਗਿਆਨ ਮੇਰੇ ਮਾਲਕ ਸਿੱਧਾਂ ਨੂੰ ਬਖਸ਼ਿਸ਼ ਕਰ ਰਿਹਾ ਹੈ। ਆਹ ਦੇਖੋ, ਗੁਰਮੁਖ ਕਦੋਂ ਦੇ ਆਪਾਂ ਸ਼ਬਦਾਂ ਨੂੰ ਪੜ੍ਹਦੇ ਆ ਰਹੇ, ਇਹ ਕੋਈ
ਸਹਿਜੇ ਬੋਲਣ ਵਾਲਾ ਸ਼ਬਦ ਨਹੀਂ ਹੈ। ਇਹ ਸਹਿਜੇ ਤਾਂ ਬੋਲਿਆ ਜਾਂਦਾ ਹੈ ਜੇ ਗੱਲ ਸਮਝ ਆ ਜਾਏ, ਗੁਰਮੁਖ ਦੀ ਗੱਲ ਸਮਝ ਆ ਜਾਏ। ਸੋ ਘਟ ਬੈਠੇ ਰੱਬ ਨੂੰ, ਮਾਲਕ ਨੂੰ ਸਿਮਰਨਾ ਆਪਣੇ ਵਿੱਚ ਤੇ ਸਭ ਦੇ ਵਿੱਚ, ਇੱਕ ਗੱਲ। ਦੂਜੀ ਗੱਲ, ਘਟ ਬੈਠੇ ਰੱਬ ਦੀ ਬਾਣੀ ਰਾਹੀਂ ਸ਼ਬਦਾਂ ਦੁਆਰਾ ਘਟ ਬੈਠੇ ਰੱਬ ਨੂੰ ਗਾਉਣ ਸਿੱਖਣਾ, ਘਟ ਬੈਠੇ ਰੱਬ ਨੂੰ ਗਾਉਣ ਲੱਗ ਜਾਣਾ, ਤਾਂ ਕਿ ਆਪਾਂ ਘਟ ਬੈਠੇ ਰੱਬ ਨੂੰ ਗਾਉਂਦਿਆਂ ਗਾਉਂਦਿਆਂ ਜੀਵਨ ਵਿੱਚ ਇਸ ਨੂੰ ਸਭ ਦੇ ਵਿੱਚ ਵਸਦਾ ਹੈ ਕਰਕੇ ਜਾਣਦਿਆਂ ਗਾਉਣ ਲੱਗ ਜੇ ਮਨ। ਧਿਆਨ ਰੱਖਣਾ। ਤਾਂ ਜਾਣੋ ਰਮੇ ਹੋਏ ਰਾਮ ਦੀ ਇਹ ਬੰਦਗੀ ਕਰ ਰਿਹਾ ਹੈ, ਰਮੇ ਹੋਏ ਰਾਮ ਦੀ ਇਹ ਗੁਣ ਗਾਉਣ ਲੱਗ ਗਿਆ। ਐਸੀ ਕਿਰਿਆ ਨੂੰ ਤਰਤੀਬਵਾਰ ਸਮਝਣਾ ਹੈ। ਇਹ ਜੀਵਨ ਵਿੱਚ ਘਟ ਬੈਠੇ ਰੱਬ ਦੀ ਬਾਣੀ ਦੇ ਨਾਲ ਜੁੜਿਆ ਹੀ ਉਪਲਬਧ ਹੁੰਦੀ ਹੈ ਐਸੀ ਅਵਸਥਾ। ਸੋ ਮਹਾਰਾਜ ਨੇ ਇਸ ਘਟ ਬੈਠੇ ਰੱਬ ਦੀ ਬਾਣੀ ਨੂੰ ਹੀ ਪ੍ਰਕਾਸ਼ ਕੀਤਾ ਹੈ। ਜਿਹਦੇ ਵਿੱਚੋਂ ਘਟ ਬੈਠੇ ਰੱਬ ਦੀ ਬਾਣੀ ਆਈ, ਚਾਹੇ ਕਿਸੇ ਭਾਸ਼ਾ ਵਿੱਚ ਆਈ, ਚਾਹੇ ਉਹ ਕਿਸੇ ਇਲਾਕੇ ਦੇ ਰਹੇ, ਇਹ ਮੈਟਰ ਨਹੀਂ ਕੀਤਾ ਮਹਾਰਾਜ। ਮਹਾਰਾਜ ਨੇ ਉਹਨਾਂ ਸਭ ਦੀ ਬਾਣੀ ਨੂੰ ਇਕੱਤਰਿਤ ਕੀਤਾ ਤੇ ਕਰਕੇ ਮਹਾਰਾਜ ਨੇ ਪ੍ਰਕਾਸ਼ ਕੀਤਾ ਦੁਨੀਆ ਨੂੰ ਸਮਝਾਉਣ ਵਾਸਤੇ ਕਿ ਇਹ ਦੁਨੀਆ ਦੇ ਲੋਕੋ, ਘਟ ਬੈਠੇ ਰੱਬ ਨਾਲ ਜੁੜੋ, ਘਟ ਬੈਠੇ ਰੱਬ ਦੀ ਬਾਣੀ ਨਾਲ ਜੁੜੋ, ਉਸ ਤੋਂ ਗੁਰ ਲਵੋ, ਜੁਗਤ ਸਿੱਖੋ ਤੇ ਘਟ ਬੈਠੇ ਰੱਬ ਦੀ ਬੰਦਗੀ ਕਰਨੀ ਸਿੱਖੋ। ਤਾਂ ਨਾਮ ਪ੍ਰਾਪਤ ਹੋਣਾ ਉਸ ਰੱਬ ਦਾ ਜਿਹੜਾ ਰੱਬ ਆਪਣੇ ਵਿੱਚ ਵੀ ਹੈ ਤੇ ਸਭ ਦੇ ਵਿੱਚ ਵਸਦਾ ਹੈ। ਤਾਂ ਬੰਦਾ ਆਪਣੇ ਆਪ ਨੂੰ ਜਨਾਉਣੋਂ ਛੱਡਦਾ ਤੇ ਘਟ ਬੈਠੇ ਰੱਬ ਨੂੰ ਜਨਾਉਣ ਲੱਗਦਾ ਹੈ, ਨਹੀਂ ਤਾਂ ਕੋਈ ਦੂਜਾ ਰਾਸਤਾ ਨਹੀਂ ਹੈ। ਧਿਆਨ ਰੱਖ। ਐਸਾ ਜਿਹੜਾ ਗੁਰਮੁਖ ਹੁੰਦਾ ਹੈ ਉਹ ਕਦੇ ਵੀ ਫਿਰ ਚੋਟ ਨਹੀਂ ਖਾਂਦਾ। ਧਿਆਨ ਰੱਖ। ਨਾਨਕ ਗੁਰਮੁਖ ਚੋਟ ਨਾ ਖਾਵੇ। ਇੱਥੇ ਤੱਕ ਆਪਾਂ ਨੇ ਮਹਾਰਾਜ ਦੀ ਵਿਚਾਰ ਬਾਣੀ ਦੀ ਕੱਲ ਮਹਾਰਾਜ ਦੀ ਬਖਸ਼ਿਸ਼ ਸਦਕਾ ਕੀਤੀ ਸੀ। ਆਓ ਇਸ ਸਿੱਧ ਗੋਸ਼ਟ ਦੀ ਬਾਣੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਘਟ ਬੈਠੇ ਰੱਬ ਦੇ ਖਸਮ ਦੀ ਬਾਣੀ ਧਿਆਨ ਰੱਖਣਾ, ਜੋ ਉਪਦੇਸ਼ ਦੇ ਰਹੀ ਹੈ ਮਾਲਕ ਨਾਲ ਜੁੜਨ ਦਾ, ਜਿਹਨੂੰ ਸੁਣਨ ਵਾਸਤੇ ਸਿੱਧ ਵੀ ਬੈਠੇ ਨੇ ਮਹਾਰਾਜ ਦੇ ਕੋਲ। ਸਿੱਧ ਵੀ ਸਿੱਧੀਆਂ ਪ੍ਰਾਪਤ ਕਰਨ ਵਾਲੇ ਹੋਰ ਮਾਲਕ ਤੋਂ ਪਰਫੈਕਸ਼ਨ ਹਾਸਲ ਕਰ ਰਹੇ ਨੇ। ਮਹਾਰਾਜ ਉਪਦੇਸ਼ ਦੇ ਰਹੇ ਨੇ ਘਟ ਬੈਠੇ ਰੱਬ ਦਾ ਤੇ ਸਿੱਧ ਬੈਠ ਕੇ ਸੁਣ ਰਹੇ ਨੇ। ਤੇ ਆਪਾਂ ਨੇ ਵੀ ਜੇ ਜੀਵਨ ਦੇ ਵਿੱਚ ਪਰਫੈਕਸ਼ਨ ਗਾਉਣ ਦੀ ਘਟ ਬੈਠੇ ਰੱਬ ਨੂੰ ਪ੍ਰਾਪਤ ਕਰਨੀ ਹੈ, ਯਾਨੀ ਜੇ ਜੀਵਨ ਦੀ ਮਹਾਰਤ ਆਪਾਂ ਨੇ ਪ੍ਰਾਪਤ ਕਰਨੀ ਹੈ, ਸੋ ਸਾਨੂੰ ਇਹ ਬਚਨਾਂ ਨੂੰ ਸੁਣ ਕੇ ਕਮਾਉਣਾ ਪੈਣਾ। ਸੁਣਤ ਕਮਾਵਤ ਹੋਤ ਨਿਹਾਲ। ਇਹ ਬਹੁਤ ਸੁੰਦਰ ਰਸਤਾ ਹੈ। ਇੱਥੇ ਦੇਖੋ ਮਹਾਰਾਜ ਕੋਈ ਕਹਾਣੀ, ਕਿਸੇ ਦੀ ਕਹਾਣੀ ਮਹਾਰਾਜ ਵਰਣਨ ਨਹੀਂ ਕਰ ਰਹੇ। ਮਹਾਰਾਜ ਦੇ ਸ਼ਬਦਾਂ ਦੇ ਹੀ ਕੇਵਲ ਇਹ ਅਕਥ ਕਹਾਣੀ, ਇਹਨਾਂ ਤੋਂ ਹੀ ਘਟ ਬੈਠੇ ਰੱਬ ਦਾ ਸ਼ਬਦਾਂ ਤੋਂ ਇਹ ਭਾਵ ਸਾਡੇ ਮਨ ਨੇ ਚੱਕਣਾ ਹੈ, ਮਹਿਸੂਸ ਕਰਨਾ ਹੈ, ਦਰਸ਼ਨ ਪਾਉਣੇ ਨੇ, ਗੁਣ ਗਾਉਣ ਲੱਗਣਾ ਹੈ ਤੇ ਨਾਲ ਆਪਣੇ ਆਪ ਨੂੰ ਮਿਟਾਉਂਦਿਆਂ ਸਮਾ ਲੈਣਾ ਹੈ ਘਟ ਬੈਠੇ ਰੱਬ ਨੇ। ਧਿਆਨ ਰੱਖਣਾ। ਇਹ ਸਾਰੀ ਕਿਰਿਆ ਨੂੰ ਇਸ ਗੋਸ਼ਟ ਵਿੱਚ, ਘਟ ਬੈਠੇ ਰੱਬ ਦੀ ਗੋਸ਼ਟ ਵਿੱਚ ਸਿੱਧਾਂ ਨੂੰ ਸਮਝਾ ਰਹੇ। ਧਿਆਨ ਰੱਖ। ਜਦੋਂ ਗੱਲ ਕਰਨੀ ਹੈ ਚਾਹੇ ਆਪਣੇ ਵਿੱਚ ਕਰੋ ਤੇ ਆਪਣੇ ਆਪ ਨੂੰ ਨਾ ਜਨਾਉਂਦੇ ਹੋਏ ਘਟ ਬੈਠੇ ਰੱਬ ਦੇ ਨਾਲ ਗੱਲ ਕਰਨੀ, ਤਾਂ ਆਪਾਂ ਰੱਬ ਦੇ ਵਿੱਚ ਸਮਾਵਾਂਗੇ। ਰੱਬ ਨਾਲ ਗੋਸ਼ਟ ਕਰ ਰਹੇ ਹਾਂ ਸਮਝੋ, ਰੱਬ ਨੂੰ ਆਪਣੇ ਆਪ ਦੇ ਹਾਲ ਨੂੰ ਜਨਾ ਰਹੇ ਹੈ ਨਾ। ਫਿਰ ਆਪਣੇ ਮਨ ਨੂੰ ਇਹ ਸਮਝ ਆਉਂਦੀ ਹੈ ਜਿਸ ਵੇਲੇ ਘਟ ਬੈਠੇ ਰੱਬ ਨਾਲ ਗੋਸ਼ਟ ਕਰਨ ਲੱਗੀਦਾ ਕਿ ਜਿਸ ਰੱਬ ਨੂੰ ਆਪਾਂ ਬੋਲ ਰਹੇ ਹਾਂ ਕਿ ਆਪਾਂ ਸਹੀ ਬੋਲ ਰਹੇ ਹਾਂ, ਬਾਣੀ ਤੋਂ ਸਮਝਣਾ ਕਿ ਆਪਣੇ ਆਪ ਨੂੰ ਜਨਾ ਕੇ ਨਹੀਂ ਬੋਲ ਰਹੇ, ਕਿ ਆਪਣੇ ਆਪ ਨੂੰ ਇਹ ਸਮਝਾ ਕੇ ਨਹੀਂ ਬੋਲ ਰਹੇ ਕਿ ਰੱਬ ਨੂੰ ਦੱਸ ਦਈਏ ਕਿ ਰੱਬ ਨਹੀਂ ਜਾਣਦਾ, ਰੱਬ ਸਭ ਜਾਣਦਾ। ਇਸ ਘਟ ਬੈਠੇ ਰੱਬ ਦੀ ਬਾਣੀ ਨੂੰ ਸੁਣਦਿਆਂ ਸੁਣਦਿਆਂ ਇਹ ਸਾਰੀਆਂ ਆਪਣੇ ਮਨ ਦੀਆਂ ਕਮੀਆਂ ਜਿਹੜੇ ਗੁਰ ਵੱਲ ਮੁਖ ਰੱਖ ਕੇ ਤੁਰਦੇ ਨੇ, ਗੁਰੂ ਤੋਂ ਗੁਰ ਲੈ ਕੇ ਤੁਰਦੇ ਨੇ, ਜੀਵਨ ਵਿੱਚ ਬਾਣੀ ਪੜ੍ਹਦੇ ਨੇ, ਕੀਰਤਨ ਕਰਦੇ ਨੇ, ਹਨਾ, ਜੀਵਨ ਵਿੱਚ ਘਟ ਬੈਠੇ ਰੱਬ ਨਾਲ ਫਿਰ ਬੋਲਣਾ ਸਿੱਖਦੇ ਨੇ। ਇਹ ਸਾਰੀਆਂ ਕਮੀਆਂ ਹੌਲੀ 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 ਮਨ ਦੀਆਂ ਯਾਨੀ ਆਪਣੀਆਂ ਖਤਮ ਹੁੰਦੀਆਂ ਹੁੰਦੀਆਂ ਹੁੰਦੀਆਂ। ਤਾਂ ਸਮਝੋ ਅਸੀਂ ਰੱਬ ਦੀ ਬਾਣੀ ਰਾਹੀਂ ਸੰਗਤ ਕੀਤੀ ਘਟ ਬੈਠੇ ਰੱਬ ਦੀ। ਸੋ ਜੀਵਨ ਵਿੱਚ
ऐसे रब नूं दुनिया दी सृष्टि दी कहंदे जिस वेले उत्पत्ति हुई है उस वेले तो लैके अखीर तक जदों तक सृष्टि रहेगी इस तरह ही सब अपने अंदर रब नूं गाउंदे आए। ये महारत महापुरुषां तो जिन्हां ने ऐसी अवस्था घट बैठे रब दी प्राप्त कीती उन्हां तो सिखदे आए है ना। ऐसे जीवन दे विच लोग कई सदियां तो गुरुकुलां दे विच घट बैठे रब दी गल सुनदे रब दी बंदगी करदे। कोई किसी मूर्ति दी पूजा नहीं करता सी, ध्यान रखना सदियां तो नहीं करता सी। फिर बाद च हौली 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 जिस वेले ऐसा ज्ञान अलोक हुंदा 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 जीवन दे विच आ कलयुग तक आपां पहुंचे हाँ। इत्थे गुरबाणी तो घट बैठे रब दी बाणी तो टुटदा टुटदा बंदा अपने आप नूं जनाउंदा मूर्तियां बना के उन्हां दी पूजा करदा इत्थे तक उलझ गया है, ध्यान रखना। सो हुण आओ इस शब्द नूं अगे विचार करके आ मालक दी अवस्था नूं पहचानीए ਜਿਹੜੇ मालक ऐस वेले अपने नाल ने ਆਪਾਂ ਨੂੰ ਜਿਨ੍ਹਾਂ ਦੀ ਸੋਝੀ ਨਹੀਂ ਹੈ ਆਪਣੇ ਮਨ ਨੂੰ ਜਿਨ੍ਹਾਂ ਦੀ ਹਾਲੇ ਸੁਰਤ ਨਹੀਂ ਹੈ ਤੇ ਉਹ ਸੁਰਤ ਮਨ ਦੀ ਕਹਿੰਦੇ ਘਟ ਬੈਠੇ ਰੱਬ ਦੇ ਆਏ ਹੋਏ ਸ਼ਬਦਾਂ ਨੂੰ ਸੁਰਤ ਦਿੱਤਿਆਂ ਆਪਣੀ ਸੁਰਤ ਸ਼ਬਦ ਰਾਹੀਂ ਘਟ ਬੈਠੇ ਰੱਬ ਦਾ ਦਰਸ਼ਨ ਪਾਏਗੀ। ਘਟ ਬੈਠੇ ਰੱਬ ਦੇ ਸਾਨੂੰ ਸਰੂਪ ਦੇ ਦਰਸ਼ਨ ਹੋਣਗੇ। ਸਾਨੂੰ ਪਤਾ ਲੱਗੇਗਾ ਕਿ ਸਾਡਾ ਸਰੂਪ कैसा है ਤੇ ਘਟ ਬੈਠੇ ਰੱਬ ਦਾ ਸਰੂਪ कैसा है। वो कितना गुणा वाला है अंदर ते असी कितने अवगुणे आ रहे हैं। इन्हां शब्दां तो आपां विचार करांगे ज्यों ज्यों बाणी सुनते जावांगे शब्दां राहीं सुरत देख के रखना ते मन दा तुसीं देखो किवें मैल उतरदी है मन नूं किवें फिर घट बैठे रब दा प्रकाश हुंदा है। ये बाणी दी वडियाई है। इस बाणी दे नाल मन दी मैल उतरदी है। गुरबाणी सुन मैल गवाए, ध्यान ज्यों ज्यों आपां बाणी सुनते जावांगे ये मन की मैल उतरती जानी नहीं तो शरीर के इशनान करिया मन की मैल नहीं उतरती। आओ इस शब्द नूं हुण आपां अगे लैके विचारीए। गुरमुख नाम दान इशनान गुरमुख लागै सहज ध्यान। देखो कितनी एक पासे तो लगता कि सहजे ध्यान लग गया है ना। फिर एक पासे महाराज कहते भाई तां ध्यान सहजे लग्या क्योंकि वह गुरमुख ने। ध्यान रखना ਉਹਦਾ अर्थ है कि मन का ध्यान जे सहजे लगूगा तां लगूगा जे मन गुरमुख बनेगा। हुण गुरमुख के अर्थ आपां विचारो जीवन विच घट बैठे रब दे ख्याल नूं ध्यान रखना यानी गुरु तो गुर लेना तां समझो आपां गुरमुख बनांगे। पढ़न नाल गुरमुख नहीं बनना समझण नाल बनना ते समझ के पढ़ना। फिर ध्यान रखना फिर गल नूं समझना कि पढ़े बिना रहना नहीं ते समझ के पढ़ना ते ज्यों ज्यों समझ के पढ़ांगे त्यों त्यों अपना मुख मन दा गुरु दे दस्से हुए गुर वल कहंदे भाई वधदा जाएगा। गुरु दे दस्से हुए गुर वल साडा मन कहंदे भाई टिकदा जाएगा। ऐसी अवस्था नूं अपने मन ने जानना है। सो इत्थे आपां विचार करो कि गुरु सानू गुर दिंदे ने। कहंदे नानक पातशाह हुण ये सारा जिक्र कर रहे कि घट बैठा रब नानक पातशाह दे जरिए ये गुर सानू दे रहे हैं बाणी राहीं। ते आ पातशाह नानक पातशाह नूं पातशाह असीं इस वास्ते कह रहे हैं क्योंकि घट बैठे रब ने उन्हां दे विचों कहंदे भाई रब दे गुण गवाए तां नानक पातशाह ने गाए है ना। जीवन दे विच तां उन्हां नूं पातशाह कहंदे ने। जीवन दे विच जिहड़ा भी रब दे गुण गाउंदा है वो पातशाह है। जिसनूं बख्शे सिफ सलाह नानक पातशाही पातशाह। सो महाराज कहंदे भाई आ जिहड़ा तन है अपने तन दे अंदर ये मन वसदा है। ध्यान रखना ये जिहड़ा मन है ਇਹਦੇ अंदर रब वसदा है। ये तीन चीज़ां कदे नहीं भुलणियां जी कि अपने ही तन दे विच ਜਿਹੜੇ मन है आपां हां ते इस मन ने रब दे नाल जुड़े इस ज्ञान दे नाल रहना है कि मेरा रब मेरे ही अंदर है। ध्यान रखना मैनू रब नूं खोजण वास्ते किसी जंगलां च नहीं जाना
मैं रब की प्राप्ति करन वास्ते मैनू किसे होर पहाड़ां ते नहीं जाना, है ना। मेरे रब जी मेरे नाल ने, जिन्हां ने मेरे मन नू बनाया, यानी मैनू इस संसार विच लिआंदा, ते मैनू लिआउण वास्ते जिन्हां ने मैनू ये तन दिता है, ये शरीर दिता है। जे मेरा शरीर है, इहदा अर्थ ये है कि ये शरीर मेरा तो बनाया नहीं होया। अपने मन नू पुछो कि मैं कोई शरीर बना के पैदा होया कि शरीर बनया होया सी तां मैं शरीर विच आया। ये गल समझो। ते हुण भी जे शरीर मेरे कोल हैगा, मैं शरीर विच हैगा, ते मैं शरीर दा कोई शरीर दा एक भी चीज मैं नहीं कर रहा। इस मन नू पुछो, इस मन नाल गल करो, पहला इस मन नू खोजो। ये मन कुछ नहीं जानदा इस शरीर बारे किवें बनाउणा है। ये शरीर तां मन नू यानी आपां नू रब ने दिता है, जेड़ा मन दे अंदर रब वसदा है। ये गल मन ने समझनी है, ये अपने मन ने ये गल जाननी है कि मेरे मन दे विच ही रब वसदे ने। ताइयों मन नू मंदिर कहंदे ने, शरीर नू हरमंदिर तां कहंदे ने, ऐसा रब हरेक विच वसदा है। ध्यान रखना, हर दा अर्थ है हरेक विच। कहंदे ओहदे मन दे विच जेड़ा रब वसदा है, कहंदे भाई इह रब दा एक स्वरूप पहला पहचानो। इस तत ज्ञान नू बुझो पहला, इस गल नू सीखना है। बस आपां जिन्ने भी सिख हां, असीं किसी भी शहीदां दी पूजा करनी नहीं सीखनी। असीं किसी भी पातशाही दी फोटो रख के किहड़े दिन किहड़े पातशाह दी पूजा करनी है, ये नहीं सीखना। ध्यान रखना, असीं सारे पातशाहियां ने, सारे शहीदां ने, सारे भगतां ने जुगां जुगां तो किवें अपने घट बैठे रब दी बंदगी कीती, ओह गुरबाणी दे तत ज्ञान तो आपां ने सब ने बुझना है, समझना है, चलना है, सीखना है, तां साडा पार उतारा होना है जी। होर कोई रास्ता है ही नहीं, होर कोई रास्ता नहीं। ख्याल करियो। सो गुरमुख शब्द कोई सहजे नहीं बोल रहे आपां। हुण आ जिहड़े साडे विच रब वसदे ने, हुण इन्हां नूं आपां आत्मा कहने, असीं आत्मिक ज्ञान लैने आ। ये अध्यात्मक जी अवस्था है। ध्यान रखना, घट बैठे रब दी जिन्हों असीं आत्म द्यो पूजिए। ध्यान रखना, ठाकुर गाइए आत्म रंग, ध्यान सरनी पावन नाम ध्यावन सहज समावन सा। इस आत्मा दी बंदगी करनी, ਇਹਦਾ ਉੱਤੇ ਫਿਰ ਇਹਨਾਂ ਨੂੰ ਅਸੀਂ ਖਸਮ ਕਹਾਂਗੇ। ਧਿਆਨ ਰੱਖਣਾ, ਜੀਵਨ ਵਿੱਚ ਇਹੀ ਸਾਡੇ ਮਾਲਕ ਨੇ। ਬਾਕੀ ਸਭ ਆ ਜਿਹੜਾ ਮਨ ਹੈ, ਤਨ ਹੈ, ਸੰਸਾਰ ਹੈ, ਸਭ ਇਹ ਜੀਵ ਰੂਪੀ ਇਸਤਰੀ ਹੈ। ਚਾਹੇ ਕੋਈ ਹੋਵੇ, ਚਾਹੇ ਆਪਣੀ ਪਤਨੀ ਹੈ, ਚਾਹੇ ਆਪਣੇ ਬੱਚੇ ਹਨ, ਚਾਹੇ ਸੰਸਾਰ ਦਾ ਕੋਈ ਜੀਵ ਹੈ, ਚਾਹੇ ਸਮਾਜ ਦਾ ਕੋਈ ਵੀ ਅੰਗ ਹੈ, ਇਹ ਸਭ ਜੀਵ ਰੂਪੀ ਇਸਤਰੀਆਂ ਨੇ। ਸਭ ਦੇ ਵਿੱਚ ਇਸ ਤਰ੍ਹਾਂ ਖਸਮ ਵਸਦਾ ਹੈ। सो आपां इस गल नूं विचारो कि आ जिहड़ा खसम है, जिन्हों असीं आत्मा स्वरूप कह रहे हैं, ये साडे अंदरों बाणी दिंदे ने। ध्यान रखना, वो जिहड़ा बाणी अंदरों आउंदी है ना जी, असीं उन्हां नूं जीवन विच गुरु कह रहे हैं। रब बुलाउंदा है तां असीं बोलदे हां। साडा दोष ये है कि ज्ञान ना होण कारण असीं कहने मैं बोलदा। इत्थों पहला सुनना, इस घर तो शुरू करना पहला कि जे रब ने आपां नूं भेजिया तां आपां आए आ, ते असीं घट बैठे रब नूं जाणदे नहीं, ते असीं कहने जी मैं पैदा हो गया, मैं हुण हैगा, है ना। आए कहने जिस दिन आपां नूं ज्ञान होऊगा, आपां कहण लग जांगे मैं नहीं पैदा होया, घट बैठे रब ने सानूं पैदा कीता है। घट बैठा रब साडे नाल रहिंदा है, घट बैठा रब साडे जीवन नूं चलाउंदा है, ते असीं घट बैठे रब दे गुण गाउने आ। ते आए गुण गाउंदियां गाउंदियां इस घट बैठे रब नूं सब दे विच जाणदे आ, गुरबाणी दे ज्ञान राहीं, ते असीं फिर सब दे विच रब दे गुण गाउने आ। ऐसा जिउंदा मुक्त बंदे दा मन हुंदा है, ते सब दे चरनां दी धूड़ हुंदा है। ध्यान रखना, ये रास्ता है, ये तो बिना विचार करके देखो और कोई रास्ता नहीं हो सकता। सो महाराज कहते भाई बाणी गुरु दे नाल जीवन विच इस गल नूं विचारियो कि इस नाल निभना अपने जीवन। हुण बाणी गुरु जिहड़ी है ये शब्दां राहीं प्रगट होंदी,
ਭਾਸ਼ਾ ਕੋਈ ਹੋਵੇ, ਹੁਣ ਸ਼ਬਦ ਦਾ ਧਿਆਨ ਰੱਖਿਓ, ਸ਼ਬਦ ਦੀ ਕੋਈ ਵੀ ਭਾਸ਼ਾ ਹੋਵੇ, ਚਿੰਤਾ ਨਾ ਕਰੋ, ਪਰ ਉਹਦੇ ਵਿੱਚ ਜਿਹੜਾ ਗਿਆਨ ਹੈ, ਆ ਤੱਤ ਗਿਆਨ ਹੋਣਾ ਚਾਹੀਦਾ ਹੈ। ਜਿਹੜੇ ਭਾਸ਼ਾ ਦੇ ਸ਼ਬਦਾਂ ਵਿੱਚ ਆ ਤੱਤ ਗਿਆਨ ਸੀ, ਮਹਾਰਾਜ ਨੇ ਕੇਵਲ ਉਸ ਬਾਣੀ ਨੂੰ ਗੁਰਬਾਣੀ ਕਰਕੇ ਦਰਜ ਕੀਤਾ ਹੈ ਤੇ ਪ੍ਰਕਾਸ਼ ਕਰਕੇ ਸੰਸਾਰ ਨੂੰ ਦੱਸਿਆ ਕਿ ਭਾਈ ਆਹ ਗੁਰੂ ਹੈ, ਐਸਾ ਗੁਰੂ ਹੁੰਦਾ ਹੈ, ਐਸਾ ਗੁਰੂ ਨੂੰ ਗੁਰੂ ਕਹਿਣਾ, ਹੋਰ ਕਿਸੇ ਬੰਦੇ ਨੂੰ ਗੁਰੂ ਨਹੀਂ ਕਹਿਣਾ। ਧਿਆਨ ਰੱਖਣਾ, ਬੰਦਾ ਗੁਰੂ ਤਾਂ ਗੁਰੂ ਹੁੰਦਾ ਹੈ ਜੇ ਐਸੇ ਬਾਣੀ ਦੇ ਗੁਰੂ ਨੂੰ, ਬਾਣੀ ਸਰੂਪੀ ਗੁਰੂ ਨੂੰ ਉਹ ਮੰਨ ਕੇ ਉਹਦਾ ਰੂਪ ਹੋ ਜਾਏ, ਬਾਣੀ ਦਾ ਰੂਪ ਹੋ ਜਾਏ, ਸ਼ਬਦ ਦਾ ਰੂਪ ਹੋ ਜਾਏ। ਜਿਹੜਾ ਵੀ ਸਿੱਖ ਸਿੱਖਣ ਵਾਲਾ ਗੁਰੂ ਜੀ ਤੋਂ, ਐਸੇ ਬਾਣੀ ਗੁਰੂ ਜੀ ਤੋਂ ਗੁਰ ਲੈ ਕੇ ਇੱਕਮਿਕ ਹੁੰਦਾ ਹੈ, ਜੁਗਤ ਲੈਂਦਾ ਹੈ। ਮਹਾਰਾਜ ਕਹਿੰਦੇ ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰ। ਗੁਰ ਦਾ ਅਰਥ ਸਮਝਦੇ ਹੋ, ਜੋ ਗੁਰੂ ਗੁਰ ਦੇ ਰਿਹਾ। ਕਹਿੰਦੇ ਗੁਰੂ ਕੋਲ ਗੁਰ ਸੀ, ਹੁਣ ਸਿੱਖ ਨੇ ਗੁਰੂ ਤੋਂ ਗੁਰ ਲਿੱਤਾ ਹੈ, ਕਿਉਂਕਿ ਗੁਰੂ ਨੇ ਇਹ ਗੁਰ ਸਿੱਖ ਨੂੰ ਦਿੱਤਾ ਹੈ। ਧਿਆਨ ਰੱਖਣਾ, ਇਹ ਜੀਵਨ ਦੇ ਵਿੱਚ ਫਿਰ ਸਿੱਖ ਨੂੰ ਵੀ ਗੁਰੂ ਦਾ ਰੂਪ ਬਣਾਉਂਦਾ ਹੈ। ਕਹਿੰਦੇ ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ। ਇਹ ਬਾਣੀ ਦੀ ਖੇਡ ਹੈ। ਸੋ ਜੀਵਨ ਵਿੱਚ ਗੁਰਮੁਖ ਦੇ ਅਰਥਾਂ ਤੇ ਜਾ ਰਹੇ ਆਪਾਂ। ਕਹਿੰਦੇ ਭਾਈ ਗੁਰੂ ਐਸੀ ਬਾਣੀ ਰਾਹੀਂ, ਸ਼ਬਦਾਂ ਦੁਆਰਾ ਜੋ ਸਾਨੂੰ ਉਪਦੇਸ਼ ਦਿੰਦੇ ਨੇ, ਉਸ ਨੂੰ ਅਸੀਂ ਗੁਰ ਕਹਿ ਰਹੇ, ਜੁਗਤ ਕਹਿ ਰਹੇ। ਇਸ ਗੁਰ ਸ਼ਬਦ ਨਾਲ, ਹੁਣ ਆਪਾਂ ਗੁਰੂ ਸ਼ਬਦ ਨਹੀਂ ਕਹਿ ਰਹੇ ਹਾਂ, ਗੁਰੂ ਸ਼ਬਦ ਤਾਂ ਪਹਿਲਾਂ ਆਪਾਂ ਇੱਥੇ ਜ਼ਿਕਰ ਕਰਕੇ ਆਏ ਸੀਗੇ, ਹਨਾ। ਤੇ ਹੁਣ ਇਹ ਗੁਰੂ ਯਾਨੀ ਬਾਣੀ ਜੋ ਗੁਰੂ ਹੈ, ਕਹਿੰਦੇ ਇਹ ਹਨ ਸਾਨੂੰ ਗੁਰ ਦਿੰਦੀ ਹੈ, ਟੈਕਨੀਕ ਦਿੰਦੀ ਹੈ, ਸਾਨੂੰ ਸ਼ਬਦਾਂ ਦੇ ਅੰਦਰ ਜਾਣਾ ਹੈ। ਜੇ ਆਪਾਂ ਨੂੰ ਆਪਣੇ ਅੰਦਰ ਜਾਣਾ ਹੈ ਨਾ ਜੀ, ਆਪਾਂ ਨੂੰ ਸ਼ਬਦਾਂ ਦੇ ਅੰਦਰ ਜਾਣਾ ਪਵੇਗਾ, ਕੋਈ ਦੂਜਾ ਰਾਸਤਾ ਨਹੀਂ ਹੈ। ਤੁਸੀਂ ਦੇਖੋ ਦੁਨੀਆ ਦੀ ਕਿਰਿਆ ਵੀ ਜੇ ਕਿਸੇ ਗੱਲ ਨੂੰ ਸਮਝਣਾ ਚਾਹੁੰਦੀ ਹੈ ਤੇ ਸ਼ਬਦ ਨੂੰ ਸ਼ਬਦਾਂ ਦੁਆਰਾ ਸਮਝਦੀ ਹੈ। ਧਿਆਨ ਰੱਖਣਾ, ਜੇ ਕੰਪਿਊਟਰ ਵੀ ਐਡਾ ਵੱਡਾ ਬਣਿਆ ਨਾ ਜੀ ਅੱਜ ਦੁਨੀਆ ਦੇ ਉੱਤੇ ਚੱਲ ਰਹੇ ਨੇ, ਉਹ ਵੀ ਵਰਡ ਪ੍ਰੋਸੈਸਿੰਗ ਤੇ ਚੱਲ ਰਹੇ ਨੇ। ਧਿਆਨ ਰੱਖਣਾ, ਸ਼ਬਦ ਦੇ ਨਾਲ ਪ੍ਰੋਸੈਸ ਹੁੰਦਾ ਹੈ, ਐਡਾ ਵੱਡਾ ਕੰਪਿਊਟਰ ਹੈ। ਆਏ ਆਪਣਾ ਜੀਵਨ ਵੀ, ਇਹ ਸਾਰੀ ਸ੍ਰਿਸ਼ਟੀ ਵੀ ਵਰਡ ਪ੍ਰੋਸੈਸਿੰਗ ਨਾਲ ਚੱਲ ਰਹੀ ਹੈ। ਧਿਆਨ ਰੱਖਣਾ, ਸ਼ਬਦਾਂ ਨੂੰ ਸਿੱਖੋ, ਸ਼ਬਦਾਂ ਨੂੰ ਫਿਰ ਪ੍ਰਯੋਗ ਕਰਨਾ ਸਿੱਖੋ, ਇਹਦੀ ਪ੍ਰੋਗਰਾਮਿੰਗ ਕਰਨੀ ਸਿੱਖੋ ਸ਼ਬਦਾਂ ਰਾਹੀਂ। ਘੱਟ ਬੈਠੇ ਰੱਬ ਨਾਲ ਜੁੜਨ ਦੀ ਮਨ ਨੂੰ ਪ੍ਰੋਗਰਾਮ ਕਰਨਾ ਪਏਗਾ। ਧਿਆਨ ਰੱਖਣਾ। ਸੋ ਮਹਾਰਾਜ ਕਹਿੰਦੇ ਭਾਈ ਆ ਜੋ ਗੁਰੂ ਸਾਨੂੰ ਗੁਰ ਦਿੰਦੇ ਨੇ, ਕਹਿੰਦੇ ਇਸ ਗੁਰ ਨੂੰ ਜੀਵਨ ਦੇ ਵਿੱਚ, ਕਹਿੰਦੇ ਭਾਈ ਜੀਵਨ ਚ ਵਸਾਉਣਾ, ਇਹਨੂੰ ਸਿੱਖਣਾ, ਇਹਨੂੰ ਜੀਵਨ ਵਿੱਚ ਗੁਰੂ ਦੇ ਗੁਰ ਨੂੰ ਲੈਣਾ। ਕਹਿੰਦੇ ਭਾਈ ਆਪਣੇ ਮਨ ਦੇ ਉੱਤੇ ਤਾਂ ਸਮਝੋ ਅਸੀਂ ਗੁਰੂ ਦੇ ਨਾਲ ਜੁੜੇ ਆ, ਮਨ ਨੂੰ ਸਮਝਾਉਣਾ, ਸਾਡਾ ਮਨ ਗੁਰੂ ਦੇ ਨਾਲ ਤਾਂ ਜੁੜਿਆ ਜੇ ਇਸ ਅੰਡਰਸਟੈਂਡਿੰਗ ਨੂੰ ਸਮਝੇਗਾ। ਇਹ ਖਸਮ ਦੀ ਬਾਣੀ, ਨਾਨਕ ਪਾਤਸ਼ਾਹ ਇਸ ਤਰ੍ਹਾਂ ਹੀ ਜੁੜੇ ਹੋਏ ਸਨ। ਨਾਨਕ ਪਾਤਸ਼ਾਹ ਜਦੋਂ ਖਸਮ ਨੂੰ, ਘੱਟ ਬੈਠੇ ਰੱਬ ਨੂੰ ਖਸਮ ਕਹਿੰਦੇ ਨੇ, ਉਸ ਤੋਂ ਗਿਆਨ ਲੈ ਰਹੇ ਨੇ। ਤੈਸੜਾ ਕਰੀ ਗਿਆਨ ਵੇ ਲਾਲੋ, ਜੇ ਅੱਗੇ ਵੀ ਕਿਸੇ ਨੂੰ ਗਿਆਨ ਵੀ ਦੇ ਰਹੇ ਨੇ, ਉਹ ਆਪਣੀ ਮਨ ਮਰਜ਼ੀ ਦਾ ਨਹੀਂ ਦੇ ਰਹੇ, ਉਹ ਘੱਟ ਬੈਠੇ ਰੱਬ ਦਾ ਦੇ ਰਹੇ ਨੇ। ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤੇ ਬਹੁਤ ਔਖਾ ਹੈ, ਬਹੁਤ ਔਖਾ ਹੈ, ਬਹੁਤ ਸੂਖਸ਼ਮ ਅਵਸਥਾ ਹੈ। ਧਿਆਨ ਰੱਖਣਾ ਕਿ ਬਾਬਾ ਜੀ ਦੇ ਅੰਦਰ ਰੱਬ ਹੋਵੇ, ਨਾਨਕ ਪਾਤਸ਼ਾਹ ਜੀ ਦੇ ਅੰਦਰ ਰੱਬ ਹੋਵੇ, ਤੇ ਮਹਾਰਾਜ ਬਾਬੇ ਜੀ ਆਪਣੇ ਆਪ ਨੂੰ ਮੈਂ ਕਹਿੰਦੇ ਹੋਣ, ਤੇ ਘੱਟ ਬੈਠੇ ਰੱਬ ਨੂੰ ਦੀ ਬਾਣੀ ਨੂੰ ਖਸਮ ਕਹਿੰਦੇ ਹੋਣ, ਮਾਲਕ ਨੂੰ ਖਸਮ ਕਹਿੰਦੇ ਹੋਣ। ਧਿਆਨ ਰੱਖਣਾ। ਸੋ ਐਸੀ ਕਿਰਿਆ ਨੂੰ ਸਮਝਣਾ ਕਿ ਮਹਾਰਾਜ ਨਾਨਕ ਪਾਤਸ਼ਾਹ ਕਹਿੰਦੇ ਐਸੇ ਬਾਣੀ ਗੁਰੂ ਦੇ ਨਾਲ ਆਪ ਜੁੜੇ ਸੀ, ਤੇ ਜਿੰਨੇ ਦਸੇ ਪਾਤਸ਼ਾਹੀਆਂ ਹੋਈਆਂ ਨੇ ਇਸ ਤਰ੍ਹਾਂ ਆਪ ਜੁੜੀਆਂ ਰਹੀਆਂ, ਇਸ ਤਰ੍ਹਾਂ ਉਹ ਸਿੱਖ ਸੰਗਤ ਨੂੰ ਜੋੜਦੇ ਰਹੇ। ਇਸ ਤਰ੍ਹਾਂ ਸਿੱਖ ਸੰਗਤ ਨੂੰ ਜੋੜਨ ਵਾਸਤੇ ਇਹ ਬਹੁਤ ਸੁੰਦਰ ਘਰ ਬਣਾਇਆ, ਇਹ ਨਿਵੇਕਲਾ ਘਰ ਬਣਾਇਆ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਹੈ, ਇਹਨਾਂ ਦੇ ਵਿੱਚ ਬਾਣੀ ਦਾ ਪ੍ਰਕਾਸ਼ ਹੈ, ਸ਼ਬਦ ਰਾਹੀਂ। ਧਿਆਨ ਰੱਖਣਾ, ਤਾਂ ਜੀਵਨ ਵਿੱਚ ਉਸ ਘੱਟ ਬੈਠੇ ਰੱਬ ਦੇ ਜੁੜੀ ਹੋਈ ਬਾਣੀ ਨੂੰ ਅਸੀਂ ਗੁਰੂ ਕਰਕੇ ਮੰਨਦੇ ਹਾਂ, ਤੇ ਘੱਟ ਬੈਠੇ ਰੱਬ ਨਾਲ ਜੁੜਨ ਵਾਸਤੇ ਅਸੀਂ ਬਾਣੀ ਗੁਰੂ ਨਾਲ ਜੁੜੇ ਹੁੰਦੇ ਹਾਂ। ਅਸੀਂ ਇਸ ਬਾਣੀ ਗੁਰੂ ਤੋਂ ਗੁਰ ਲੈਂਦੇ ਹਾਂ, ਤੇ ਘੱਟ ਬੈਠੇ ਰੱਬ ਦਾ ਗੁਰ ਲੈ ਕੇ ਅਸੀਂ ਘੱਟ ਬੈਠੇ ਰੱਬ ਦੇ ਨਾਲ, ਜਿਵੇਂ ਬਾਣੀ ਸਮਝਾਉਂਦੀ ਹੈ, ਗੁਰੂ ਸਮਝਾਉਂਦਾ ਹੈ, ਗੁਰ ਦਿੰਦਾ ਹੈ, ਅਸੀਂ ਉਸ ਤਰ੍ਹਾਂ ਚੱਲਦੇ ਹਾਂ।
ਉਹਨੂੰ ਗੁਰਮੁਖ ਹੋਣਾ ਕਹਿੰਦੇ ਨੇ। ਇਹ ਗੁਰੂ ਦੇ ਗੁਰ ਨੂੰ ਲੈਣ ਵਾਲਾ ਜਿਹੜਾ ਸਾਡਾ ਮਨ ਹੈ, ਐਸਾ ਜੀਵਨ ਦੇ ਵਿੱਚ ਮਹਾਰਾਜ ਕਹਿੰਦੇ ਗੁਰਮੁਖ ਹੁੰਦਾ ਹੈ। ਧਿਆਨ ਰੱਖਣਾ, ਕਹਿੰਦੇ ਗੁਰਮੁਖ ਨਾਮ, ਦਾਨ, ਇਸ਼ਨਾਨ, ਇਹ ਤਿੰਨੋਂ ਗੱਲਾਂ ਸੁਣਨੀਆਂ। ਨਾਮ, ਦਾਨ ਤੇ ਇਸ਼ਨਾਨ। ਗੁਰੂ ਦੇ ਗੁਰ ਤੋਂ ਹੀ ਘਟ ਬੈਠੇ ਰੱਬ ਦਾ ਨਾਮ ਲਿੱਤਾ ਜਾਣਾ। ਤੇ ਜੋ ਵੀ ਫਿਰ ਆਪਾਂ ਬਾਹਰ ਦਿੰਨੇ ਆ, ਧਿਆਨ ਰੱਖਣਾ, ਕੁਛ ਵੀ ਦਿੰਨੇ ਆ, ਯਾਨੀ ਸਾਡੇ ਮਾਂ ਪਾਣੀ ਮੰਗਦੀ ਹੈ, ਰੋਟੀ ਮੰਗਦੀ ਹੈ, ਕਿਸੇ ਨੂੰ ਕੋਈ ਕੱਪੜੇ ਦੀ ਲੋੜ ਹੁੰਦੀ ਹੈ, ਆਪਾਂ ਕਿਸੇ ਮਾਤਾ ਤੋਂ ਕੱਪੜੇ ਮੰਗਦੇ ਆ, ਛੋਟੇ ਹੁੰਦੇ ਹਨ, ਆਪਾਂ ਮੰਗਦੇ ਆ ਰੋਟੀ ਦਿਓ, ਆਪਾਂ ਮੰਗਦੇ ਆ ਸਾਨੂੰ ਪਾਣੀ ਦਿਓ, ਆਪਾਂ ਮੰਗਦੇ ਆ ਜੋ ਵੀ ਆਪਾਂ ਮੰਗਦੇ ਆ ਤੇ ਦੂਜਾ ਦਿੰਦਾ ਹੈ। ਧਿਆਨ ਰੱਖਣਾ, ਯਾਨੀ ਇਹ ਜਿਹੜਾ ਦਾਨ ਹੈ ਇਹਨੂੰ ਜ਼ਰਾ ਸਮਝਣਾ ਹੈ ਕਿ ਘਟ ਬੈਠਾ ਰੱਬ ਹੀ ਦਿੰਦਾ ਹੈ, ਇਹਨੂੰ ਬੁੱਝਣਾ। ਇਸ਼ਨਾਨ ਜੋ ਆਪਾਂ ਕਰਦੇ ਆ, ਧਿਆਨ ਰੱਖਣਾ, ਇਹਨੂੰ ਸਮਝਣਾ ਕਿ ਜਿਤਨੇ ਤੀਰਥ ਬਣੇ ਨੇ ਜੀਵਨ ਵਿੱਚ, ਇਸ ਕਿਰਿਆ ਨੂੰ ਸਮਝਣ ਵਾਸਤੇ ਆਪਾਂ ਉਸ ਤੀਰਥ ਤੇ ਜੁੜਦੇ ਹਾਂ। ਤਿੰਨੋਂ ਗੁਣਾਂ ਦੀ ਜਿਹੜੇ ਰਥਵਾਹੀ ਹੁੰਦੇ ਨੇ, ਤਿੰਨੇ ਗੁਣਾਂ ਦੇ ਜਿਹੜੇ ਮਾਲਕ ਹੁੰਦੇ ਨੇ, ਕਹਿੰਦੇ ਭਾਈ ਜੇ ਅਸੀਂ ਰੱਬ ਨਾਲ ਜਿਹੜਾ ਉੱਪਰ ਇਸ਼ਨਾਨ ਕਰਨਾ ਨਾ, ਇਸ਼ਨਾਨ ਕਰਨਾ ਠੀਕ ਹੈ, ਜ਼ਰੂਰੀ ਹੈ, ਬਹੁਤ ਜ਼ਰੂਰੀ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕੋਟ ਬਿਗਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ। ਕਹਿੰਦੇ ਐਸਾ ਇਸ਼ਨਾਨ ਸਰੀਰ ਦਾ ਹੀ ਨਹੀਂ, ਕਹਿੰਦੇ ਰੱਬ ਨੂੰ ਘਟ ਬੈਠੇ ਰੱਬ ਨੂੰ ਸਿਮਰਨਾ, ਇਹ ਇਸ਼ਨਾਨ ਜੀਵਨ ਵਿੱਚ ਕਰਨਾ ਜਿਹਦੇ ਨਾਲ ਮਨ ਤੇ ਤਨ ਅਰੋਗ ਹੁੰਦਾ ਹੈ। ਧਿਆਨ, ਕਰੋੜਾਂ ਬਿਗਨ ਲੱਥ ਜਾਂਦੇ ਨੇ। ਸੋ ਮਹਾਰਾਜ ਕਹਿੰਦੇ ਪ੍ਰਭ ਕੇ ਚਰਨ ਮਨ ਮਾਹੀ ਧਿਆਨਾ, ਸਗਲ ਤੀਰਥ ਮਚਨ ਇਸ਼ਨਾਨ। ਜਿਹੜਾ ਇਸ ਤਰ੍ਹਾਂ ਘਟ ਬੈਠੇ ਰੱਬ ਦੇ ਸ਼ਬਦਾਂ ਨਾਲ, ਚਰਨ ਦਾ ਅਰਥ ਹੈ ਸ਼ਬਦ, ਹਮੇਸ਼ਾ ਯਾਦ ਰੱਖਣਾ, ਅੰਦਰ ਚੱਲਣ ਵਾਸਤੇ ਸ਼ਬਦ ਹੀ ਚਰਨ ਹੁੰਦੇ ਨੇ। ਧਿਆਨ, ਉਹਦੇ ਵਿੱਚ ਧਿਆਨ ਰੱਖਣਾ, ਆਪਣੇ ਮਨ ਵਿੱਚ ਉਹ ਸ਼ਬਦਾਂ ਦਾ ਧਿਆਨ ਰੱਖਣਾ। ਯਾਨੀ ਚਰਨ ਦਾ ਅਰਥ ਪੈਰ ਨਹੀਂ ਹੈ, ਧਿਆਨ ਰੱਖਣਾ, ਚਰਨਾਂ ਦਾ ਅਰਥ ਹੈ ਕਿ ਜਿਸ ਸ਼ਬਦਾਂ ਰਾਹੀਂ ਤੁਸੀਂ ਅੰਦਰ ਚੱਲਦੇ ਹੋ, ਮਹਾਰਾਜ ਉਹ ਉਸ ਰੱਬ ਦੇ ਚਰਨਾਂ ਨੂੰ, ਸ਼ਬਦਾਂ ਨੂੰ ਆਪਣੇ ਮਨ ਵਿੱਚ ਧਿਆਨ ਦੇ ਨਾਲ ਟਿਕਾਉਂਦੇ ਨੇ। ਇਹ ਗੱਲ ਹਮੇਸ਼ਾ ਯਾਦ, ਗੁਰਬਾਣੀ ਦੀ ਇਹ ਵਿਆਖਿਆ ਵਿਚਾਰਨੀ ਜੀ। ਨਹੀਂ ਤਾਂ ਲੋਕ ਅਸੀਂ ਦੇਖਿਆ ਫੋਟੋਆਂ ਪੈਰਾਂ ਦੀ ਵੀ ਰੱਖ ਕੇ ਮੱਥਾ ਟੇਕਣ ਲੱਗ ਜਾਂਦੇ ਨੇ। ਧਿਆਨ, ਇਹ ਗੁਰਮਤ ਨਹੀਂ ਹੈ, ਇਹ ਗੁਰਸਿੱਖੀ ਨਹੀਂ ਹੈ, ਇਹ ਮੇਰੇ ਗੁਰੂ ਜੀ ਦਾ ਗਿਆਨ ਨਹੀਂ ਹੈ। ਧਿਆਨ ਰੱਖਣਾ। ਸੋ ਇਸ ਗੱਲ ਨੂੰ ਵਿਚਾਰੋ। ਮਹਾਰਾਜ ਕਹਿੰਦੇ ਸੱਚ ਤੀਰਥ ਨਾਵੋ, ਹਰ ਗੁਣ ਗਾਵੋ, ਤਤ ਵਿਚਾਰੋ ਹਰ ਲਿਵ ਲਾਵੋ। ਕਹਿੰਦੇ ਭਾਈ ਸੱਚਾ ਤੀਰਥ ਕੀ ਹੈ? ਕਹਿੰਦੇ ਹਰ ਗੁਣ ਗਾਉਣਾ, ਹਰੇਕ ਵਿੱਚ ਰੱਬ ਦੇ ਗੁਣਾਂ ਨੂੰ ਗਾਉਣਾ। ਧਿਆਨ ਰੱਖਣਾ, ਕਿਉਂਕਿ ਜੈ ਕਾਰਨ ਤਟ ਤੀਰਥ ਜਾਹੀ, ਰਤਨ ਪਦਾਰਥ ਘਟ ਹੀ ਮਾਹੀ। ਜਿਸ ਕਾਰਨ ਕਹਿੰਦੇ ਤੁਸੀਂ ਤਟ ਤੀਰਥਾਂ ਤੇ ਘੁੰਮਦੇ ਹੋ, ਕਹਿੰਦੇ ਉਹ ਰਤਨ ਪਦਾਰਥ ਕਹਿੰਦੇ ਤੁਹਾਡੇ ਸਰੀਰ ਵਿੱਚ ਹੀ ਵਸਦਾ ਹੈ, ਉੱਥੇ ਅੰਦਰ ਇਸ਼ਨਾਨ ਕਰਨਾ ਹੈ। ਮਹਾਰਾਜ ਕਹਿੰਦੇ ਭਾਈ ਹਉਮੈ ਮੈਲਾ ਇਹੋ ਸੰਸਾਰਾ, ਕਹਿੰਦੇ ਨਿਤ ਤੀਰਥ ਨਹਾਵੈ ਜਾਂ ਨਾ ਜਾਏ ਅਹੰਕਾਰਾ, ਬਿਨ ਗੁਰ ਭੇਟੇ ਜਮ ਕਰੇ ਖੁਆਰਾ। ਮਹਾਰਾਜ ਕਹਿੰਦੇ ਭਾਈ ਜਿੰਨਾ ਮਰਜ਼ੀ ਤੁਸੀਂ ਤੀਰਥਾਂ ਤੇ ਇਸ਼ਨਾਨ ਕਰ ਲਿਓ, ਉਹ ਹੰਕਾਰ ਜਿਹੜਾ ਘਟ ਬੈਠੇ ਰੱਬ ਨਾਲ ਸਾਡੇ ਮਨ ਦਾ ਬਣਿਆ ਹੈ ਨਾ, ਉਹ ਜਾਏਗਾ ਨਹੀਂ, ਮਿਟੇਗਾ ਨਹੀਂ। ਰਾਸਤਾ ਮਹਾਰਾਜ ਕਹਿੰਦੇ ਹਉਮੈ ਨੂੰ ਮਿਟਾਉਣਾ ਸੀ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ, ਕਹਿੰਦੇ ਜਿਹੜੇ ਇਸ ਤਰ੍ਹਾਂ ਗਿਆਨ ਨਾਲ ਜੀਵਨ ਦੇ ਤੀਰਥ ਦਾ ਇਸ਼ਨਾਨ ਕਰਦੇ ਨੇ, ਮਹਾਰਾਜ ਕਹਿੰਦੇ ਜੇ ਸੰਸਾਰ ਦੇ ਵਿੱਚ ਇਸ ਤਰ੍ਹਾਂ ਲੋਕਾਂ ਨੂੰ ਦੇਖ ਕੇ ਜੇ ਆਪਾਂ ਤੀਰਥਾਂ ਤੇ ਇਸ਼ਨਾਨ ਕਰਕੇ ਸਮਝਾਂਗੇ ਮਨ ਦੀ ਮੈਲ ਉਤਰ ਜਾਏਗੀ, ਮਹਾਰਾਜ ਕਹਿੰਦੇ ਨਹੀਂ। ਕਹਿੰਦੇ ਜਿਸ ਦੇ ਅੰਦਰ ਸੱਚ ਹੈ, ਸੋ ਸੱਚਾ ਨਾਮ ਮੁਖ ਸੱਚ ਲਾਏ, ਉਹ ਹਰ ਮਾਰਗ ਆਪ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ। ਜੇ ਅੱਗੇ ਤੀਰਥ ਹੋਏ ਤਾਂ ਮਲ ਲਏ, ਛੱਪੜ ਨਾਤੇ ਸਗਵੀ ਮਲ ਲਾਏ। ਕਹਿੰਦੇ ਜੇ ਬਾਹਰ ਤੀਰਥਾਂ ਤੇ ਤੁਸੀਂ ਇਸ਼ਨਾਨ ਕਰੋ, ਜੇ ਸਮਝੋਗੇ ਮਨ ਦੀ ਮੈਲ ਉਤਰ ਜਾਏਗੀ, ਕਹਿੰਦੇ ਨਹੀਂ ਉਤਰੇਗੀ। ਕਹਿੰਦੇ ਉੱਥੇ ਤਾਂ ਸਾਰਿਆਂ ਨੇ ਇਸ਼ਨਾਨ ਕਰਨਾ, ਸਰੀਰ ਦੀ ਮਲ ਉਤਰਨੀ ਹੈ। ਕਹਿੰਦੇ ਉੱਥੇ ਤਾਂ ਛੱਪੜ ਦੇ ਵਿੱਚ ਜਿਹੜੇ ਵੀ ਨਹਾਏਗਾ, ਕਹਿੰਦੇ ਉਹਦੇ ਸਾਰੀ ਮੈਲ ਤੁਹਾਡੇ ਸਰੀਰ ਤੇ ਚੜ ਜਾਣੀ, ਮਨ ਨਹੀਂ ਮੈਲ ਨਿਰਮਲ ਹੋਣਾ। ਕਹਿੰਦੇ ਤੀਰਥ ਪੂਰਾ ਸਤਿਗੁਰੂ, ਜੋ ਅਨਦਿਨ ਹਰ ਹਰ ਨਾਮ ਤੇ ਹੈ।
ਕਹਿੰਦੇ ਸੱਤ ਕਰਕੇ ਜੋ ਗੁਰੂ ਨੂੰ ਮੰਨਣ ਲੱਗ ਜਾਏ ਸਹੀ ਜੀਵਨ ਸੇ ਸਮਝੋ ਪੂਰੇ ਤੀਰਥ ਤੇ ਤੁਹਾਡਾ ਜੀਵਨ ਟਿਕ ਗਿਆ। ਤੁਸੀਂ ਫਿਰ ਨਿਤਾ ਪ੍ਰਤੀ ਹਰੇਕ ਵਿੱਚ ਵਸਦੇ ਹੋਏ ਰੱਬ ਨੂੰ ਹਰੇਕ ਕੰਮ ਕਰਦਾ ਹੋਇਆ ਉਹਦਾ ਜ਼ਿਕਰ ਕਰਨ ਲੱਗ ਜਾਓਗੇ। ਕਹਿੰਦੇ ਤਾਂ ਸਮਝੋ ਫਿਰ ਬੰਦਾ ਕੋਈ ਵੀ ਆਪਣਾ ਨਾਮ ਨਹੀਂ ਲਏਗਾ, ਘੱਟ ਬੈਠੇ ਰੱਬ ਦਾ ਜ਼ਿਕਰ ਕਰਦਾ ਹੋਏਗਾ, ਆਪਣੇ ਆਪ ਨੂੰ ਨਹੀਂ ਜਨਾਉਂਦਾ ਹੋਏਗਾ, ਘੱਟ ਬੈਠੇ ਰੱਬ ਨੂੰ ਜਨਾਉਣ ਲੱਗ ਜਾਏਗਾ। ਸਮਝੋ ਉਹ ਨਿਤਾ ਪ੍ਰਤੀ ਘੱਟ ਬੈਠੇ ਰੱਬ ਦਾ ਕਹਿੰਦੇ ਹਰੇਕ ਵਿੱਚ ਨਾਮ ਲੈ ਰਿਹਾ, ਰੱਬ ਦਾ ਧਿਆਨ ਲੱਗ ਗਿਆ। ਇਸ ਦਾ ਅਰਥ ਇਉਂ ਜਾਣੋ ਜੀ, ਜਦੋਂ ਤੱਕ ਆਪਾਂ ਅਰਥ ਨਹੀਂ ਨਾ ਕਰਾਂਗੇ ਵਿਚਾਰਾਂਗੇ, ਇਹ ਜੀਵਨ ਦੀ ਅਵਸਥਾ ਨਹੀਂ ਮੁਕਤ ਹੋਈ। ਧਿਆਨ ਰੱਖਣਾ, ਇੱਕ ਤੀਰਥ ਨਾਵੈ, ਅੰਨ ਨਾ ਖਾਵੈ, ਇੱਕ ਅਗਨ ਜਲਾਵੈ, ਦੇਹ ਖਪਾਵੈ, ਰਾਮ ਨਾਮ ਬਿਨ ਮੁਕਤ ਨਾ ਹੋਈ, ਕਿਤ ਬਿਦ ਪਾਰ ਲੰਘਾਈ ਹੈ। ਰਮੇ ਹੋਏ ਰਾਮ ਦਾ ਨਾਮ ਜਦੋਂ ਤੱਕ ਨਹੀਂ ਨਾ ਲਏਗਾ ਮਨ, ਘੱਟ ਬੈਠੇ ਰੱਬ ਨੂੰ ਆਪਣੇ ਵਿੱਚ ਜਾਣਨਾ ਤੇ ਉਸ ਨੂੰ ਸਭ ਦੇ ਵਿੱਚ ਜਾਣਨਾ, ਘੱਟ ਬੈਠੇ ਰੱਬ ਦਾ ਜੀਵਨ ਵਿੱਚ ਨਾਮ ਲੈਣਾ, ਆਪਣਾ ਜ਼ਿਕਰ ਨਹੀਂ ਕਰਨਾ, ਇਸ ਤਰ੍ਹਾਂ ਹੀ ਘੱਟ ਬੈਠੇ ਰੱਬ ਨੂੰ ਸਭ ਦੇ ਵਿੱਚ ਜਾਣਨਾ ਤੇ ਉਸ ਘੱਟ ਬੈਠੇ ਰੱਬ ਦਾ ਹੀ ਨਾਮ ਲੈਣਾ, ਲੋਕਾਂ ਦਾ ਜ਼ਿਕਰ ਨਹੀਂ ਕਰਨਾ। ਧਿਆਨ ਰੱਖਣਾ, ਦੂਜਿਆਂ ਦਾ ਜ਼ਿਕਰ ਨਹੀਂ ਕਰਨਾ, ਲੋਕਾਂ ਦੀ ਉਸਤਤ ਨਹੀਂ ਕਰਨੀ, ਘੱਟ ਬੈਠੇ ਰੱਬ ਦੀ ਉਹਦੇ ਵਿੱਚੋਂ ਉਸਤਤ ਕਰਨੀ ਕਿ ਜੀ ਉਹਨਾਂ ਤੇ ਰੱਬ ਦੀ ਬੜੀ ਕਿਰਪਾ। ਆਏ ਕਹਿਣਾ, ਆਏ ਨਹੀਂ ਕਹਿਣਾ ਬਹੁਤ ਚੰਗਾ ਜੀ, ਉਹ ਚੰਗਾ ਤਾਂ ਜੇ ਰੱਬ ਨੇ ਚੰਗਾ ਬਣਾਇਆ, ਰੱਬ ਦਾ ਹੀ ਉਸਤਤ ਕਰਨਾ, ਬੰਦੇ ਦੀ ਉਸਤਤ ਨਹੀਂ ਕਰਨਾ, ਬੰਦਾ ਵਿਗੜ ਜਾਂਦਾ ਹੈ। ਧਿਆਨ ਰੱਖਣਾ। ਸੋ ਜੀਵਨ ਵਿੱਚ ਐਸੀ ਕਿਰਿਆ ਨੂੰ ਜੀਵਨ ਦੀ ਅਵਸਥਾ ਸੰਭਾਲਣ ਵਾਸਤੇ ਬਾਣੀ ਦੇ ਇਹ ਗੁਰ ਦੱਸ ਰਹੇ ਨੇ ਬਾਣੀ। ਧਿਆਨ ਰੱਖਣਾ। ਸੋ ਮਹਾਰਾਜ ਕਹਿੰਦੇ ਤੀਰਥ ਨਾਵਨ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ। ਐਸੀ ਅਵਸਥਾ ਨੂੰ ਜੀਵਨ ਵਿੱਚ ਕਹਿੰਦੇ ਭਾਈ ਅਕਲ ਦੇ ਨਾਲ ਦਾਨ ਦੇਣਾ ਸਿੱਖਿਆ ਜਾਂਦਾ। ਮਹਾਰਾਜ ਕਹਿੰਦੇ ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਚੈ ਦਾਨ, ਨਾਨਕ ਆਖੇ ਰਾਹੋ ਇਹੋ, ਹੋਰ ਗੱਲਾਂ ਸ਼ੈਤਾਨ। ਇਹ ਰਸਤਾ ਹੈ, ਹੋਰ ਕੋਈ ਰਸਤਾ ਨਹੀਂ ਹੈ। ਧਿਆਨ ਰੱਖ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਆ ਜਿਹੜੇ ਪੁੰਨ ਤੇ ਦਾਨ ਬੀਜਦੇ ਨੇ ਨਾ ਜੀਵਨ ਵਿੱਚ, ਕੀ ਹੁੰਦਾ ਦੇਖੋ ਉਹਨਾਂ ਦਾ ਹਾਸ਼ਰ। ਕਹਿੰਦੇ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਏ। ਧਿਆਨ, ਸਭ ਦਾ ਲੇਖਾ ਜੋਖਾ ਹੋਏਗਾ। ਮਹਾਰਾਜ ਕਹਿੰਦੇ ਭਾਈ ਇਹ ਤੋਂ ਬਿਨਾਂ ਜੀਵਨ ਵਿੱਚ ਮਹਾਰਾਜ ਕਹਿੰਦੇ ਬਿਨ ਸਤਿਗੁਰੂ ਜਮਕਾਲ ਨਾ ਛੋੜਈ, ਦੂਜੇ ਭਾਏ ਖਵਾਈ, ਜੋਬਨ ਜਾਂਦਾ ਨਦਰ ਨਾ ਆਵੇ, ਜਰ ਪਹੁੰਚੇ ਮਰ ਜਾਈ। ਕਹਿੰਦੇ ਪੁੱਤ ਕਲਤ ਮੋਹ ਹੇਤ ਹੈ, ਅੰਧ ਬੇਲੜੀ ਕੋ ਨਾ ਸਖਾਈ, ਸਤਿਗੁਰ ਸੇਵੇ ਸੋ ਸੁਖ ਪਾਏ, ਨਾਉ ਵਸੈ ਮਨ ਆਈ, ਨਾਨਕ ਸੇ ਵੱਡੇ ਵਡ ਭਾਗੀ, ਜੇ ਗੁਰਮੁਖ ਨਾਮ ਸਮਾਈ। ਐਸਾ ਜਾਣੋ। ਕਹਿੰਦੇ ਪੁੰਨ ਦਾਨ ਅਨੇਕ ਨਾਵਨ, ਕਿਉਂ ਅੰਤਰ ਮਲ ਧੋਵੈ, ਨਾਮ ਬਿਨਾ ਗਤ ਕੋਇ ਨਾ ਪਾਵੈ, ਹਟ ਨਿਗ੍ਰਹਿ ਬੇਬਾਨੀ। ਸੱਚੇ ਪਾਤਸ਼ਾਹ ਜੀ ਦੇ ਇਹਨਾਂ ਸ਼ਬਦਾਂ ਦਾ ਧਿਆਨ ਰੱਖਿਓ। ਕਹਿੰਦੇ ਪੁੰਨ ਦਾਨ ਜਪ ਤਪ ਚੇਤੇ ਜਿੰਨੇ ਵੀ ਨੇ ਅੱਜ ਤੱਕ, ਕਹਿੰਦੇ ਸਭ ਉੱਪਰ ਨਾਮ। ਕਹਿੰਦੇ ਨਾਮ ਨੂੰ ਜਪੋ, ਨਾਮ ਲੋ ਨਾਨਕ ਕੇ ਘਰ ਕੇਵਲ ਨਾਮ। ਨਾਮ ਨੂੰ ਪ੍ਰਾਪਤ ਕਰਨ ਵਾਸਤੇ ਬਾਣੀ ਪੜ੍ਹਨੀ। ਧਿਆਨ ਰੱਖ। ਕਹਿੰਦੇ ਕਿਛ ਪੁੰਨ ਦਾਨ ਅਨੇਕ ਕਰਨੀ, ਕਹਿੰਦੇ ਨਾਮ ਤੁਲ ਨਾ ਸਮਸਰੈ। ਥੋੜਾ ਜਿਹਾ ਵੀ ਪੁੰਨ ਦਾਨ ਜੋ ਤੁਸੀਂ ਕਰ ਰਹੇ ਹੋ, ਕਹਿੰਦੇ ਜਿੰਨਾ ਮਰਜ਼ੀ ਕਰ ਲਿਓ, ਕਹਿੰਦੇ ਇਹ ਨਾਮ ਦੇ ਤੁਲ ਨਹੀਂ ਹੈ, ਉਹਦੇ ਸਮਸਰ ਨਹੀਂ ਹਨ, ਉਹਦੇ ਤੁਲਨਾ ਚ ਨਹੀਂ ਹਨ। ਸੋ ਜੀਵਨ ਦੀ ਇਸ ਅਵਸਥਾ ਨੂੰ ਸੱਚੇ ਪਾਤਸ਼ਾਹ ਸਾਨੂੰ ਇੱਥੇ ਸਮਝਾ ਰਹੇ ਕਿ ਗੁਰਮੁਖ ਨਾਮ ਦਾਨ ਇਸ਼ਨਾਨ, ਜੋ ਗੁਰੂ ਦੇ ਗੁਰ ਵੱਲ ਮੁਖ ਰੱਖ ਰਿਹਾ ਹੈ ਉਹ ਨਾਮ ਜਪ ਰਿਹਾ ਹੈ, ਉਹਦਾ ਦਾਨ ਤੇ ਇਸ਼ਨਾਨ ਪੂਰਾ ਹੋਇਆ ਹੈ, ਹੋ ਰਿਹਾ। ਗੁਰਮੁਖ ਲਾਗੈ ਸਹਿਜ ਧਿਆਨ, ਐਸੇ ਗੁਰੂ ਦੇ ਗੁਰ ਵੱਲ ਮੁਖ ਰੱਖ ਕੇ ਚੱਲਣ ਵਾਲਾ ਸਹਿਜੇ ਉਹਦਾ ਫਿਰ ਅੰਦਰ ਘੱਟ ਬੈਠੇ ਮਾਲਕ ਨਾਲ ਧਿਆਨ ਲੱਗਦਾ ਹੈ, ਲੱਗ ਜਾਂਦਾ ਹੈ। ਧਿਆਨ ਰੱਖ। ਸੋ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਪਾਵੈ ਦਰਗਹਿ ਮਾਨ। ਕਹਿੰਦੇ ਗੁਰਮੁਖ ਜਨ ਫੇਰ ਜਿਸ ਵੀ ਦਰ ਤੇ ਕਹਿੰਦੇ ਨੇ ਪਹੁੰਚਦੇ ਨੇ। ਦਰਗਾਹ ਦਾ ਅਰਥ ਕੇਵਲ ਇਹ ਨਹੀਂ ਕਰਨਾ ਜੀ ਕਿ ਮਰਨ ਤੋਂ ਬਾਅਦ, ਹਨਾ, ਮਰਨ ਤੋਂ ਬਾਅਦ ਨਹੀਂ, ਜਿਉਂਦਿਆਂ ਜਿਹੜੇ ਗੁਰੂ ਦੇ ਗੁਰ ਵੱਲ ਮੁਖ ਰੱਖ ਕੇ ਤੁਰਦੇ ਨੇ ਨਾ ਜੀ, ਜਿਸ ਵੀ ਦਰ ਤੇ ਕਹਿੰਦੇ ਨੇ ਅਰਥ ਪਹੁੰਚਦੇ ਨੇ, ਉੱਥੇ ਉਹਨਾਂ ਨੂੰ ਮਾਣ ਮਿਲਦਾ ਹੈ, ਸਤਿਕਾਰ ਮਿਲਦਾ ਹੈ। ਉੱਥੇ ਤੁਹਾਨੂੰ ਜੀਵਨ ਦੇ ਵਿੱਚ ਸਤਿਕਾਰ ਮਿਲੇਗਾ ਜਿੱਥੇ ਵੀ ਜਾਓਗੇ ਤੁਸੀਂ ਦੁਨੀਆ ਵਿੱਚ। ਧਿਆਨ ਰੱਖਣਾ। ਸੋ ਮਹਾਰਾਜ ਕਹਿੰਦੇ ਚਾਹੇ ਮਰਨ ਤੋਂ ਬਾਅਦ ਜਾਓ, ਚਾਹੇ ਤੁਸੀਂ ਹੁਣ ਜਾਓ, ਕਹਿੰਦੇ ਇਹ ਦਰਗਾਹ ਦਾ ਸ਼ਬਦ ਅਰਥ ਹੈ ਕਿ ਜਿਸ ਵੀ ਦਰ ਤੇ ਤੁਸੀਂ ਗਹਿਣੇ ਹੋ, ਫਿਰ ਜਿਹੜੇ ਗੁਰਮੁਖ ਹੁੰਦੇ ਨੇ ਜਿਸ ਵੀ ਦਰ ਤੇ ਪਹੁੰਚਦੇ ਨੇ ਉੱਥੇ ਉਹਨਾਂ ਨੂੰ ਮਾਣ ਮਿਲਦਾ, ਸਤਿਕਾਰ ਮਿਲਦਾ। ਗੁਰਮੁਖ ਭਾਉ
ਭੰਜਨ ਪ੍ਰਧਾਨ ਐਸੇ ਗੁਰਮੁਖ ਜਨ, ਉਹਨਾਂ ਦਾ ਭਾਵ ਮਿਟ ਜਾਂਦਾ ਹੈ। ਭੰਜਨ ਦਾ ਅਰਥ ਖਤਮ ਹੋ ਜਾਂਦਾ ਹੈ। ਕਹਿੰਦੇ ਉਹ ਸ਼੍ਰੇਸ਼ਟ ਹੁੰਦੇ ਨੇ, ਉਹਨਾਂ ਨੂੰ ਲੋਕ ਸ਼੍ਰੇਸ਼ਟ ਦਰਜਾ ਦਿੰਦੇ ਨੇ, ਉਹ ਪ੍ਰਧਾਨ ਨੇ। ਧਿਆਨ ਰੱਖਣਾ, ਜਿਹੜੇ ਜੀਵਨ ਦੇ ਵਿੱਚ ਅੱਜ ਗੁਰਦੁਆਰਿਆਂ ਦੇ ਪ੍ਰਧਾਨ ਬਣੇ ਹੋਏ ਨਾ, ਕਿ ਮੈਂ ਪ੍ਰਧਾਨ ਆ ਜੀ, ਮਹਾਰਾਜ ਕਹਿੰਦੇ ਭਾਈ ਇਹ ਪ੍ਰਧਾਨ ਨਹੀਂ ਹਨ। ਜੀਵਨ ਵਿੱਚ ਤਾਂ ਗੁਰਮੁਖ ਜਨ, ਉਹਨਾਂ ਦਾ ਜਿਨ੍ਹਾਂ ਦਾ ਡਰ ਖਤਮ ਹੋਵੇ। ਕਹਿੰਦੇ ਨਿਰਭਉ ਸੰਗ ਤੁਮਾਰੇ ਬਸਤੇ, ਇਹ ਡਰਨ ਕਹਾਂ ਤੇ ਆਇਆ। ਕਹਿੰਦੇ ਇੱਕ ਤਾਂ ਡਰ ਖਤਮ ਹੋਵੇ, ਇੱਕ ਜੀਵਨ ਦੇ ਵਿੱਚ ਕਹਿੰਦੇ ਗੁਰੂ ਦੇ ਗੁਰ ਵੱਲ ਮੁਖ ਰੱਖੇ, ਬਾਣੀ ਤੋਂ ਬਿਨਾਂ ਕਿਸੇ ਨੂੰ ਗੁਰੂ ਨਾ ਮੰਨੇ। ਅੱਜ ਤਕਰੀਬਨ ਸਾਡੇ ਗੁਰਦੁਆਰਿਆਂ ਵਿੱਚ ਦੇਹਧਾਰੀ ਜਿਹੜੇ ਗੁਰੂ ਨਾਲ ਜੁੜੇ ਹੋਏ ਨੇ, ਉਹ ਗੁਰਦੁਆਰਿਆਂ ਵਿੱਚ ਆ ਕੇ ਸੇਵਾ ਕਰਦੇ ਨੇ ਤੇ ਗੁਰਦੁਆਰਿਆਂ ਦੇ ਬੀਬੀਆਂ ਨੂੰ, ਬੰਦਿਆਂ ਨੂੰ, ਬੱਚਿਆਂ ਨੂੰ ਪ੍ਰਚਾਰ ਕਰਕੇ ਆਪਣੇ ਡੇਰਿਆਂ 'ਚ ਲੈ ਕੇ ਜਾ ਰਹੇ। ਧਿਆਨ ਰੱਖਣਾ, ਇਹਨਾਂ ਨੂੰ ਬਰੀਡਿੰਗ ਗਰਾਊਂਡ ਬਣਾਇਆ ਹੈ ਗੁਰੂ ਗ੍ਰੰਥ ਸਾਹਿਬ ਨੂੰ, ਗੁਰੂ ਗ੍ਰੰਥ ਗੁਰਬਾਣੀ ਨੂੰ, ਗੁਰਦੁਆਰਿਆਂ ਨੂੰ। ਇਹ ਬਰੀਡਿੰਗ ਗਰਾਊਂਡ ਨਹੀਂ ਹੈ। ਇੱਥੇ ਹਰ ਬੰਦੇ ਦਾ ਉਦਾਹਰ ਹੋਣਾ ਹੈ ਜਿਹੜਾ ਬਾਣੀ ਗੁਰੂ ਨਾਲ ਜੁੜੇਗਾ। ਜੀਵਨ ਵਿੱਚ ਇਹ ਜੀਵਨ ਵਿੱਚ ਸਮਝਣਾ, ਗੁਰੂ ਦੇ ਨਾਲ ਜੇ ਜੁੜਨਾ ਤੇ ਬਾਣੀ ਗੁਰੂ ਨਾਲ ਜੁੜਨਾ, ਕਿਸੇ ਦੇਹਧਾਰੀ ਗੁਰੂ ਨਾਲ ਨਹੀਂ ਜੁੜਨਾ ਜੀ, ਯਾਦ ਰੱਖੋ। ਨਹੀਂ ਤਾਂ ਫਿਰ ਸਾਡਾ ਜੀਵਨ ਦਾ ਉਹ ਵਿਸ਼ਵਾਸ ਮਨ ਦਾ ਘੱਟ ਬੈਠੇ ਰੱਬ ਤੱਕ ਪਹੁੰਚਣ ਦਾ ਟੁੱਟ ਜਾਏਗਾ, ਉਹ ਰਸਤਾ ਹੀ ਨਹੀਂ ਬਣ ਪਾਏਗਾ, ਉਹ ਬ੍ਰਿਜ ਨਹੀਂ ਬਣ ਪਾਏਗਾ। ਧਿਆਨ ਰੱਖਣਾ। ਸੋ ਮਹਾਰਾਜ ਕਹਿੰਦੇ ਭਾਈ ਗੁਰਮੁਖ ਕਰਨੀ ਕਾਰ ਕਰਾਏ, ਐਸੇ ਗੁਰਮੁਖ ਫਿਰ ਜੋ ਕਰਨੀ ਕਰਦੇ ਨੇ। ਧਿਆਨ ਰੱਖਣਾ, ਫਿਰ ਉਹ ਕਰਨੀ ਰਾਹੀਂ ਜੋ ਕਾਰ ਕਮਾਉਂਦੇ ਨੇ, ਕਿਰਿਆ ਕਰਾਉਂਦੇ ਨੇ, ਕਹਿੰਦੇ ਉਹ ਰੱਬ ਫਿਰ ਆਪ ਕਰਾਉਂਦਾ ਹੁੰਦਾ ਹੈ, ਉਹ ਰੱਬ ਕਰਾਉਂਦਾ ਹੈ। ਕਿਉਂਕਿ ਸਾਡੇ ਬੋਲਾਂ ਤੋਂ ਘੱਟ ਬੈਠੇ ਰੱਬ ਨਾਲ ਜੁੜਨ ਦਾ ਪਹਿਲਾ ਸਬਕ ਹੀ ਸ਼ੁਰੂ ਹੁੰਦਾ ਹੈ। ਅਸੀਂ ਉਸ ਬਾਣੀ ਨਾਲ ਜੁੜੇ ਆ ਜਿਹੜੇ ਘੱਟ ਬੈਠੇ ਰੱਬ ਦੇ ਘਰੋਂ ਆਈ ਹੈ, ਤੇ ਅਸੀਂ ਉਸ ਰੱਬ ਨੂੰ ਗਾ ਰਹੇ ਹਾਂ ਜਿਹੜੇ ਰੱਬ ਜੀ ਸਾਡੇ ਘੱਟ ਵਿੱਚ ਬੈਠੇ ਨੇ, ਤੇ ਅਸੀਂ ਤਾਂ ਗਾ ਰਹੇ ਹਾਂ ਕਿਉਂਕਿ ਘੱਟ ਬੈਠੇ ਰੱਬ ਜੀ ਗਵਾ ਰਹੇ ਨੇ। ਉਹ ਚਾਹੁੰਦੇ ਨੇ ਕਿ ਆਪਾਂ ਮੁਕਤ ਹੋ ਜਾਈਏ ਇਸ ਜਨਮ ਦੇ ਵਿੱਚ। ਘੱਟ ਬੈਠੇ ਰੱਬ ਸਾਨੂੰ ਬਖਸ਼ ਰਹੇ ਨੇ ਕਿ ਭਾਈ ਤੂੰ ਹੁਣ ਭਟਕਣਾ ਜ਼ਿਆਦਾ ਤੇ ਹੁਣ ਘਰ ਆ। ਇਹ ਜਿਸ ਵੇਲੇ ਸਾਡੀ ਸੁਰਤ ਘੱਟ ਬੈਠੇ ਰੱਬ ਨਾਲ ਜੁੜਦੀ ਹੋਵੇ ਤੇ ਮਨ ਨੇ ਇਹ ਜਾਣਨਾ ਹੈ ਕਿ ਸ਼ੁਕਰ ਹੈ ਮੇਰੇ ਮਾਲਕ, ਤੈਂ ਬਖਸ਼ ਲਿਆ। ਇਹ ਜਨਮ ਮਹਾਰਾਜ ਕਹਿੰਦੇ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਮਹਾਰਾਜ ਹੁਣ ਆਹ ਜਨਮ ਮੇਰੇ ਮਾਲਕ ਤੇਰੇ ਹੀ ਲੇਖੇ ਲੱਗੇ। ਮੈਂ ਹੁਣ ਕਿਤੇ ਵੀ ਭੁੱਲ ਕੇ ਆਪਣੇ ਆਪ ਨੂੰ ਜਨਾ ਨਾ ਜਾ, ਕਿਤੇ ਵੀ ਭੁੱਲ ਕੇ ਮੈਂ ਤੇਥੋਂ ਨਾ ਟੁੱਟ ਜਾ। ਇੰਨੀ ਨੇੜੇ ਲੈ ਕੇ ਜਾਂਦੀ ਹੈ ਗੁਰਬਾਣੀ, ਇੰਨੀ ਨੇੜੇ ਗੁਰਮੁਖ ਪਹੁੰਚਦੇ ਨੇ ਗੁਰਬਾਣੀ ਰਾਹੀਂ, ਗੁਰੂ ਦੇ ਗੁਰ ਵੱਲ ਮੁਖ ਰੱਖ ਕੇ। ਮਹਾਰਾਜ ਕਹਿੰਦੇ ਭਾਈ ਫਿਰ ਜੋ ਵੀ ਕਰਨੀ ਕਰਦੇ ਨੇ, ਫਿਰ ਘੱਟ ਬੈਠੇ ਰੱਬ ਨੂੰ ਕਰਦੇ ਦੇਖਦੇ ਨੇ ਕਿ ਮਾਲਕ ਤੈਂ ਕਰਾਇਆ ਸੀ ਤਾਂ ਹੋਇਆ, ਹਨਾ। ਉਹਨੂੰ ਕਹਿੰਦੇ ਕਾਰ ਕਰਾਏ, ਉਹ ਰੱਬ ਕਰਾਉਂਦਾ ਹੈ। ਧਿਆਨ ਰੱਖਣਾ, ਗੁਰਮੁਖ ਕਰਨੀ ਕਾਰ ਕਰਾਏ, ਨਾਨਕ ਗੁਰਮੁਖ ਮੇਲ ਮਿਲਾਏ। ਕਹਿੰਦੇ ਫਿਰ ਜਿਹੜੇ ਗੁਰੂ ਦੇ ਗੁਰ ਵੱਲ ਮੁਖ ਰੱਖਦੇ ਨੇ ਇਸ ਤਰ੍ਹਾਂ ਅੰਦਰ, ਰੱਬ ਫੇਰ ਮੇਲ ਕਰ ਦਿੰਦਾ, ਆਪਾਂ ਨੂੰ ਮੇਲ ਲੈਂਦਾ ਤੇ ਮਿਲਾ ਲੈਂਦਾ। ਧਿਆਨ ਰੱਖਣਾ, ਪਹਿਲਾਂ ਉਹ ਆਪ ਮੇਲ ਕਰਾਉਂਦਾ, ਆਪੇ ਮੇਲ ਲੈ, ਹਨਾ, ਫਿਰ ਉਹ ਆਪੇ ਮਿਲਾ ਲੈਂਦਾ, ਵਿੱਚ ਸਮਾ ਲੈਂਦਾ, ਵਿੱਚ ਟਿਕਾ ਲੈਂਦਾ, ਵਿੱਚ ਸਾਨੂੰ ਮਿਟਾ ਦਿੰਦਾ। ਸਾਡੇ ਮਨ 'ਚ ਇੰਨਾ ਵਿਸ਼ਵਾਸ ਲੈ ਕੇ ਆਉਂਦਾ ਕਿ ਫਿਰ ਮਨ ਆਪਣੇ ਆਪ ਜਨਾਉਣੋਂ ਛੱਡ ਜਾਂਦਾ, ਛੁੱਟ ਜਾਂਦਾ, ਤਾਂ ਮਨ ਜੀਵਨ ਵਿੱਚ ਘੱਟ ਬੈਠੇ ਰੱਬ ਦੇ ਵਿੱਚ ਮਿਲਦਾ ਹੈ। ਇਹ ਫਿਰ ਰੱਬ ਮਿਲਾਉਂਦਾ ਤਾਂ ਮਿਲਦਾ ਜਾਣੋ ਜੀ। ਐਸੀ ਅਵਸਥਾ ਨੂੰ ਮਹਾਰਾਜ ਜ਼ਿਕਰ ਕਰ ਰਹੇ ਨੇ। ਸੋ ਮਹਾਰਾਜ ਕਹਿੰਦੇ ਨਾਨਕ ਗੁਰਮੁਖ ਮੇਲ ਮਿਲਾਏ। ਸੋ ਮਹਾਰਾਜ ਦੇ ਸ਼ਬਦ ਇੱਕ ਵਾਰ ਫਿਰ ਪੜੋ, ਗੁਰਮੁਖ ਨਾਮਦਾਨ ਇਸ਼ਨਾਨ, ਗੁਰਮੁਖ ਲਾਗੈ ਸਹਿਜ ਧਿਆਨ, ਗੁਰਮੁਖ ਪਾਵੈ ਦਰਗਹਿ ਮਾਨ, ਗੁਰਮੁਖ ਭਉ ਭੰਜਨ ਪ੍ਰਧਾਨ, ਗੁਰਮੁਖ ਕਰਨੀ ਕਾਰ ਕਰਾਏ, ਨਾਨਕ ਗੁਰਮੁਖ ਮੇਲ ਮਿਲਾਏ। ਗੁਰਮੁਖ ਸ਼ਾਸਤਰ ਸਿਮਰਤ ਵੇਦ, ਕਹਿੰਦੇ ਜਿੰਨੇ ਸ਼ਾਸਤਰ, ਜਿੰਨੇ ਸਿਮਰਤੀਆਂ, ਜਿੰਨੇ ਵੇਦ ਸੰਸਾਰ ਵਿੱਚ ਆਏ ਨੇ, ਚਾਰੋਂ ਵੇਦ 27 ਸਿਮਰਤੀਆਂ ਹਨ। ਕਹਿੰਦੇ ਭਾਈ, ਕਹਿੰਦੇ ਇਹ ਜਿਤਨੇ ਸ਼ਾਸਤਰ ਸੰਸਾਰ ਵਿੱਚ ਆਏ, ਖਟ ਸ਼ਾਸਤਰ, ਹਨਾ, ਕਹਿੰਦੇ 27 ਸਿਮਰਤੀਆਂ, ਚਾਰੋਂ ਵੇਦ, ਕਹਿੰਦੇ ਭਾਈ ਇਹ ਜੀਵਨ ਵਿੱਚ ਪੜ ਕੇ ਕਹਿੰਦੇ ਇੱਥੇ ਪਹੁੰਚਣੇ, ਮਹਾਰਾਜ ਉੱਥੇ ਪਹਿਲਾਂ ਹੀ ਪਹੁੰਚਾ ਰਹੇ ਨੇ। ਕਹਿੰਦੇ ਜਿਹੜਾ ਗੁਰਮੁਖ ਹੋਏਗਾ, ਸਮਝੋ ਉਹਨੇ ਸਾਰੇ ਸ਼ਾਸਤਰ ਪੜ੍ਹ ਲਏ,
ਉਹਨੂੰ ਸਾਰੇ ਸਿਮਰਤੀਆਂ ਦਾ ਗਿਆਨ ਹੋ ਗਿਆ, ਉਹ ਸਾਰੇ ਵੇਦਾਂ ਦਾ ਗਿਆਤਾ ਹੋ ਗਿਆ। ਧਿਆਨ ਰੱਖਣਾ, ਜੇ ਜੀਵਨ ਵਿੱਚ ਗੁਰਮੁਖਤਾਈ ਦੇ ਇਸ ਤੱਤ ਗਿਆਨ ਨੂੰ ਸਮਝਿਆ ਜਾਵੇ, ਧਿਆਨ ਰੱਖ, ਸੋ ਮਹਾਰਾਜ ਕਹਿੰਦੇ ਗੁਰਮੁਖ ਪਾਵੈ ਘਟ ਘਟ ਭੇਦ, ਕਹਿੰਦੇ ਫਿਰ ਸਾਰੇ ਘਟਾਂ ਦਾ ਭੇਦ ਜਾਣਦਾ। ਪਹਿਲਾਂ ਤਾਂ ਆਪਣੇ ਘਟ ਦਾ ਭੇਦ ਜਾਣਦਾ ਕਿ ਮੇਰੇ ਘਟ ਵਿੱਚ ਕਿਵੇਂ ਸਭ ਕੁਝ ਚੱਲ ਰਿਹਾ ਹੈ, ਕਿਵੇਂ ਘਟ ਬੈਠਾ ਰੱਬ ਕਿਵੇਂ ਸਭ ਕੁਝ ਚਲਾ ਰਿਹਾ ਹੈ, ਕਿਵੇਂ ਘਟ ਬੈਠਾ ਰੱਬ ਇਸ ਸਰੀਰ ਦੇ ਵਿੱਚ ਜਿਹਨੂੰ ਮੈਂ ਮੇਰਾ ਸਮਝਦਾ ਸੀ, ਇਹਦੇ ਵਿੱਚੋਂ ਰੱਬ ਆਪ ਕਰਦਾ ਹੈ। ਫਿਰ ਆਏ ਸਭ ਦੇ ਘਟਾਂ ਦੇ ਵਿੱਚ ਕਿਵੇਂ ਰੱਬ ਇਸ ਤਰ੍ਹਾਂ ਹੀ ਕਰਦਾ ਹੈ। ਇਹ ਹਰ ਘਟ ਦਾ ਭੇਦ ਕਹਿੰਦੇ ਗੁਰਮੁਖ ਤੋਂ ਪ੍ਰਾਪਤ ਹੁੰਦਾ ਹੈ, ਗੁਰਮੁਖ ਜਨਾਂ ਨੂੰ ਪ੍ਰਾਪਤ ਹੁੰਦਾ ਹੈ। ਜੋ ਗੁਰੂ ਦੇ ਗੁਰ ਵੱਲ ਮੁੱਖ ਰੱਖ ਕੇ ਚੱਲਦੇ ਨੇ ਨਾ, ਐ ਸਟ੍ਰਿਕਟਲੀ ਚੱਲਦੇ ਨੇ, ਮਹਾਰਾਜ ਕਹਿੰਦੇ ਉਹਨਾਂ ਨੂੰ ਭੇਦ ਖੁੱਲਦਾ ਜਾਂਦਾ ਹੈ, ਖੁੱਲਦਾ ਜਾਂਦਾ, ਖੁੱਲਦਾ ਜਾਂਦਾ, ਰੋਜ਼ ਅਨਫੋਲਡ ਹੁੰਦਾ ਹੈ, ਹਰ ਸ਼ਬਦ ਨਾਲ ਅਨਫੋਲਡ ਹੁੰਦਾ ਹੈ। ਸੋ ਗੁਰਮੁਖ ਕੋਈ ਸਟੈਟਿਕ ਸ਼ਬਦ ਨਹੀਂ ਹੈ, ਧਿਆਨ ਰੱਖਣਾ। ਗੁਰਮੁਖ ਨਿਰੰਤਰ ਜੀਵਨ ਦੀ ਉਸ ਅਵਸਥਾ ਨੂੰ ਨਿਖੇਰਦਾ ਹੈ। ਇਹ ਸ਼ਬਦ ਧਿਆਨ ਰੱਖਣਾ, ਆਏ ਜੀਵਨ ਦੀ ਅਵਸਥਾ ਗੁਰਮੁਖਤਾਈ ਦੇ ਨਾਲ ਕਹਿੰਦੇ ਵੱਧਦੀ ਹੈ ਅੰਦਰ। ਸੋ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਗੁਰਮੁਖ ਵੈਰ ਵਿਰੋਧ ਗਵਾਵੇ, ਕਹਿੰਦੇ ਜਿਹੜਾ ਘਟ ਬੈਠੇ ਰੱਬ ਨਾਲ ਜੁੜਿਆ ਹੋਊਗਾ, ਫਿਰ ਉਹ ਸਭ ਦੇ ਵਿੱਚ ਘਟ ਬੈਠੇ ਰੱਬ ਨੂੰ ਜਾਣੇਗਾ। ਫਿਰ ਉਹ ਕਹੇਗਾ ਕਿ ਜੇ ਰੱਬ ਮੇਰਾ ਸਭ ਦੇ ਵਿੱਚ ਵਰਤ ਰਿਹਾ ਤੇ ਮੈਨੂੰ ਕਿਸੇ ਨਾਲ ਵੈਰ ਵਿਰੋਧ ਕਰਨ ਦੀ ਕੀ ਲੋੜ ਹੈ, ਹਨਾ। ਐਸਾ ਫਿਰ ਮਨ ਹੌਲੀ ਹੌਲੀ ਸਮਝਦਿਆਂ ਨਿਖਰਦਾ 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 ਹੈ। ਸੋ ਮਹਾਰਾਜ ਕਹਿੰਦੇ ਗੁਰਮੁਖ ਵੈਰ ਵਿਰੋਧ ਗਵਾਵੇ। ਫਿਰ ਕਹਿੰਦੇ ਐਸੀ ਅਵਸਥਾ ਹੁੰਦੀ ਹੈ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਨਿਆਈ, ਸਭ ਕੋ ਮੀਤ ਹਮ ਆਪਨ कीना, हम सबना के साजन। ऐसे गुरमुखां ਦੀ ਅਵਸਥਾ ਬਣਦੀ 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 ਬੜੇ ਅੰਤਰੀਵ ਅਵਸਥਾ ਵਿੱਚ ਟਿਕ ਕੇ ਬਣਦੀ ਹੈ, ਹੋਰ ਕੋਈ ਰਸਤਾ ਨਹੀਂ ਹੈ। ਆ ਜਿਹੜਾ ਵੈਰ ਵਿਰੋਧ ਸੰਸਾਰ ਦੇ ਵਿੱਚ ਹੈ, ਕਹਿੰਦੇ ਭਾਈ ਜੇ ਗੁਰਮੁਖ ਦੇ ਰਾਸਤੇ ਤੇ ਜਿਵੇਂ ਪੁਰਾਤਨ ਜਿਤਨੇ ਵੀ ਮਹਾਤਮਾ ਹੋਏ, ਧਿਆਨ ਰੱਖਣਾ, ਦੇਖੋ ਅੱਗੇ ਜਾ ਕੇ ਦੱਸਣਗੇ, ਹਨਾ, ਰਾਮਚੰਦਰ ਵੀ ਕ੍ਰਿਸ਼ਨ ਵੀ ਕਿਵੇਂ ਗੁਰਮੁਖ ਹੋਏ, ਹਨਾ। ਸੋ ਆ ਗੁਰਮੁਖ ਦਾ ਤਤ ਗਿਆਨ ਜੇ ਕਿਤੇ ਪ੍ਰਾਪਤ ਹੋ ਜਾਏ, ਕਹਿੰਦੇ ਵੈਰ ਵਿਰੋਧ ਖਤਮ ਹੋ ਜਾਏ। ਧਿਆਨ ਰੱਖ, ਕਹਿੰਦੇ ਜੀਵਨ ਵਿੱਚ ਐਸੇ ਗੁਰਮੁਖਤਾਈ ਜੋ ਜੀਵਨ ਦੇ ਵਿੱਚ ਪ੍ਰਾਪਤ ਕਰਦੇ ਨੇ, ਉਹ ਫਿਰ ਗਿਣਤੀਆਂ ਮਿੰਤੀਆਂ ਵੀ ਨਹੀਂ ਕਰਦੇ ਕਿ ਮੈਂ ਇੰਨੇ ਪਾਠ ਕਰਾਂਗਾ ਤੇ ਆ ਹੋ ਜਾਏਗਾ, ਇੰਨੇ ਪਾਠ ਕਰਾਂਗਾ ਤੇ ਮੇਰੀ ਸੁਰਤ ਜੁੜ ਜਾਏਗੀ। ਐਸਾ ਨਹੀਂ ਹੈ। ਤੁਸੀਂ ਪਾਠ ਕਰਦੇ ਰਹੋ ਜਦੋਂ ਤੱਕ ਸੁਰਤ ਨਾ ਜੁੜੇ, ਸਮਝ ਕੇ ਪਾਠ ਕਰਦੇ ਰਹੋ, ਸੁਰਤ ਜੁੜਨ ਲੱਗ ਜਾਏਗੀ। ਧਿਆਨ ਰੱਖਣਾ, ਜੀਵਨ ਵਿੱਚ ਕਹਿੰਦੇ ਗੁਰਮੁਖ ਸਗਲੀ ਗਣਤ ਮਿਟਾਵੇ, ਕਹਿੰਦੇ ਜਿਹੜੇ ਗੁਰੂ ਦੇ ਗੁਰ ਵੱਲ ਮੁੱਖ ਰੱਖਦੇ ਨੇ, ਉਹ ਫਿਰ ਗਿਣਤੀਆਂ ਮਿੰਤੀਆਂ ਚ ਨਹੀਂ ਪੈਂਦੇ। ਧਿਆਨ ਰੱਖਣਾ, ਉਹ ਦਿਨ ਦਿਹਾੜਿਆਂ ਚ ਨਹੀਂ ਪੈਂਦੇ। ਉਹ ਇਹ ਨਹੀਂ ਖਿਆਲ ਕਰਦੇ ਕਿ ਮੈਂ ਸੋਮਵਾਰ ਨੂੰ ਰੱਬ ਦਾ ਨਾਮ ਜਪਣਾ, ਜਾਂ ਸ਼ਨੀਵਾਰ ਨੂੰ ਜਪਣਾ, ਜਾਂ ਮੰਗਲਵਾਰ ਨੂੰ ਜਪਣਾ, ਜਾਂ ਬੁੱਧ ਨੂੰ ਜਪਣਾ, ਹੈ ਨਾ। ਮਹਾਰਾਜ ਕਹਿੰਦੇ ਭਾਈ ਉਹ ਸਾਰੇ ਦਿਨ ਰਾਤ ਉਹਨਾਂ ਵਾਸਤੇ, ਕਹਿੰਦੇ ਹਰ ਘੜੀ ਉਹਨਾਂ ਵਾਸਤੇ, ਕਹਿੰਦੇ ਭਾਈ ਉਹ ਰੱਬ ਨਾਲ ਜੁੜਨ ਦੀ ਅਵਸਥਾ ਪ੍ਰਾਪਤ ਕਰਨ ਦਾ ਅਵਸਰ ਹੈ। ਧਿਆਨ। ਸੋ ਮਹਾਰਾਜ ਕਹਿੰਦੇ ਗਿਣਤੀਆਂ ਮਿੰਤੀਆਂ ਚ ਨਹੀਂ ਪੈਂਦੇ ਕਿ ਮੈਂ ਇੰਨੇ ਪਾਠ ਕਰਨੇ ਨੇ। ਉਹ ਕਹਿੰਦਾ ਜੀ ਮੈਂ ਸਮਝ ਕੇ ਪਾਠ ਕਰਨਾ, ਚਾਹੇ ਇੱਕ ਹੀ ਹੋ ਜੇ, ਇੱਕ ਹੀ ਹੋ ਜੇ, ਸਮਝ ਕੇ ਕਰਨਾ, ਤਾਂ ਕਿ ਮੇਰਾ ਮਨ ਉਸ ਸਮਝ ਰਾਹੀਂ ਜੋ ਬਾਣੀ ਦੇ ਰਹੀ ਹੈ ਜੁੜੇ। ਉਸ ਘਟ ਬੈਠੇ ਰੱਬ ਦੀ ਆਈ ਹੋਈ ਬਾਣੀ ਰਾਹੀਂ ਮੇਰਾ ਮਨ ਸਮਝ ਕੇ ਘਟ ਬੈਠੇ ਰੱਬ ਨਾਲ ਜੁੜੇ। ਧਿਆਨ ਰੱਖਣਾ, ਮਹਾਰਾਜ ਕਹਿੰਦੇ ਉਹ ਗਿਣਤੀਆਂ ਮਿੰਤੀਆਂ ਚ ਨਹੀਂ ਪੈਂਦੇ। ਕਹਿੰਦੇ ਗੁਰਮੁਖ ਸਗਲੀ ਗਣਤ ਮਿਟਾਵੇ, ਕਹਿੰਦੇ ਗੁਰਮੁਖ ਰਾਮ ਨਾਮ ਰੰਗ ਰਾਤਾ, ਕਹਿੰਦੇ ਉਹ ਰਮੇ ਹੋਏ ਰਾਮ ਦਾ ਨਾਮ ਲੈਂਦੇ ਨੇ, ਉਹ ਵਿਸ਼ੇਸ਼ ਰੱਬ ਦਾ ਨਾਮ ਨਹੀਂ ਲੈਂਦੇ। ਧਿਆਨ ਰੱਖ ਕਿ ਫਲਾਨੀ ਜਾਤੀ ਦਾ ਰੱਬ ਹੈ, ਮੈਂ ਉਹਦੇ ਨਾਮ ਜਪਾਂਗਾ, ਮੈਂ ਉਸ ਜਾਤੀ ਨਾਲ ਜੁੜ ਜਾਵਾਂਗਾ, ਐਸਾ ਨਹੀਂ ਹੈ। ਧਿਆਨ ਰੱਖ, ਕਹਿੰਦੇ ਉਹ ਕਿਸੇ ਹਰੇਕ ਜਾਤੀ ਦੇ ਵਿੱਚ ਨਾਮਾਂ ਤੋਂ ਦੂਰ ਹੁੰਦੇ ਨੇ। ਧਿਆਨ ਰੱਖ, ਉਹਨਾਂ ਦੀ ਅਵਸਥਾ ਐਸੀ ਹੁੰਦੀ ਹੈ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਫਿਰ ਘਟ ਬੈਠੇ ਰੱਬ ਤੋਂ ਬਿਨਾਂ ਹੋਰ ਕਿਸੇ ਦਾ ਨਾਮ ਨਹੀਂ ਜਪਦੇ, ਕਿਸੇ ਦਾ ਨਾਮ। ਸੋ ਮਹਾਰਾਜ ਕਹਿੰਦੇ ਭਾਈ ਉਹਨੂੰ ਰਮਿਆ ਹੋਇਆ ਜਾਣਦੇ, ਉਹਦੇ ਰੰਗ ਵਿੱਚ ਰਤੇ ਰਹਿੰਦੇ ਨੇ। ਉਹ ਰੱਤ ਕੇ ਵੀ ਇਹ ਖਿਆਲ ਕਰਦੇ ਨੇ ਅਸੀਂ ਰੱਤੇ ਤਾਂ ਕਿਉਂਕਿ ਉਹਨੇ ਰਾਤੇ ਹੈ, ਕੰਨਾਂ ਲਾ ਕੇ ਬੋਲਣੇ ਤੇ ਰਾਤਾ, ਹਨਾ। ਕਹਿੰਦੇ ਘਟ ਬੈਠੇ ਰੱਬ ਨੇ ਬਖਸ਼ਿਸ਼ ਕੀਤੀ ਹੈ ਰਤਨ ਦੀ, ਨਹੀਂ ਤਾਂ ਆਪਾਂ ਰੱਤ ਵੀ ਨਾ ਸਕਦੇ, ਉਹਦੇ ਨਾਲ ਮਿਲ ਵੀ ਨਾ ਸਕਦੇ। ਕਹਿੰਦੇ ਨਾਨਕ ਗੁਰਮੁਖ ਖਸਮ ਪਛਾਤਾ, ਉਹਨਾਂ ਗੁਰਮੁਖਾਂ ਨੇ ਖਸਮ ਨੂੰ ਪਛਾਣਿਆ। ਨਾਨਕ ਸੱਚੇ ਪਾਤਸ਼ਾਹ ਕਹਿੰਦੇ ਭਾਈ, ਕਹਿੰਦੇ ਸਭ ਤੋਂ ਵੱਡੇ ਗੁਰਮੁਖ ਨਾਨਕ ਪਾਤਸ਼ਾਹ, ਧਿਆਨ ਰੱਖ, ਜਿਨ੍ਹਾਂ ਨੇ ਆਪਣੇ ਖਸਮ ਨੂੰ ਜਾਣਿਆ। ਨਾਨਕ ਗੁਰਮੁਖ ਖਸਮ ਪਛਾਤਾ, ਧਿਆਨ ਰੱਖਣਾ, ਕਹਿੰਦੇ ਜੀਵਨ ਗੁਰਮਿਲ ਆਪਣਾ ਖਸਮ ਧਿਆਓ।
कहते गुरु दे दसे होए गुर नाल मिल के अपने खसम नूं ध्याओ। ऐसे बाणी दे फिर बहुत सारे सानू तत्त दी अवस्था घट बैठे रब नाल जुड़न दी अवस्था मन नूं बाणी तो समझ आएगी। महाराज कहते गुरमुख अपना खसम पछाण। कहते जो जन करे कीर्तन गोपाल तिसको पोह न सकै चमकाल। जग में आया सो प्रवान गुरमुख अपना खसम पछाण। ध्यान हुण ये सारे शब्दां दे ना अर्थां दी लोड़ है। कीर्तन का अर्थ केवल कीर्तन करना नहीं है बाजे नाल ढोलकी नाल। ध्यान रखना कीर्तन का अर्थ है कि किरत करदियां होया ओदे नाल रत के जदों तक तन है धरती दे उत्ते कहंदे उदों तक किरत करदियां कीरत गाउणी ओनू कीर्तन कहंदे ने। ध्यान रखना ਉਹ ਸ੍ਰਿਸ਼ਟੀ ਦਾ ਜਿਹੜਾ ਪਾਲਣ ਵਾਲਾ ਮਾਲਕ ਦਾ ਉਹਦਾ ਕੀਰਤਨ ਗਾਓ ਹੈ ਨਾ। ਸੋ ਮਹਾਰਾਜ ਕਹਿੰਦੇ ਨੇ ਭਾਈ जेवड़ आप तेवड़ तेरी दात जिन दिन करके कीती रात खसम विसारे ते कमजात नानक नावै बाज सुना। कहते खसम जे विसर गया ना तो आप कमजात आ साडी जात तो भी आप घट गए समझ। यानी हुण आपां नूं मनुखा देही दित्ती हुई है ना। महाराज कहते करतूत पशु की मानस जात है ना। कहते करतूतां साडी पशुआं वाली है मालक ने ये जात दित्ती हुई है ना मनुखा देही दी। कहते ये तो भी कम हो गए ये खसम विसार गया जे घट बैठा रब विसर गया। सो सच्चे पातशाह कहते हैं भाई जां फिर अंदर तां धन बाहर जां फिर बाहर तां धन बाहर। महाराज कहते जेड़ा रब अपने अंदर है तां आपां बाहर बैठे हैं ना। आपां इन्ने मिट जाइए कि इस तन राही रब बाहर आउण लग जाए। अपने मन नूं दर्शन होवे कि मैं नहीं कीता शरीर दे राही मेरे मालिक तेरा कीता होया है। फिर दुनिया नूं साडे विचों रब तां दिखेगा जे पहिलां आपां नूं दिखेगा। ध्यान रखना ये कहंदे भाई बिना नाव तो निराकार दी वावा कीता बिना कहते फिर आपां चक्करां च ही पए रह। कहंदे बिना गुरु दे गुर नूं सत करके मन्निया ओदे संग रहा। कहंदे भाई जीवन दे विच जाहर रब नूं देख नहीं पावांगे। सतगुर संग दिखाया जाहर जन नानक सच्चे सच समार। सो सच्चे पातशाह कहंदे हन भाई ऐसी अवस्था नूं जीवन च पार प्राप्त करना। सो महाराज कहंदे आपे खसम निवाजिया जियो पिंड दे साजिया। कहंदे फिर मालिक अपने आप इस खसम शरीर नूं कहंदे भाई समझ आउंदी है कि रब ने आप निवाजिया है। ये जी पिंड जियो ते पिंड शरीर जिहड़ा है मालिक ने आप साजिया है। आए इस खसम नूं खसम कहना। कहंदे जो जन ले खसम का नाम कहंदे तिन कै सद बलिहारे जाओ। खसम दे नाम नाल जुड़े रहना। कहंदे जिहड़े गुरमुख हुंदे ने कहंदे नानक गुरमुख खसम पछाता। आओ इस शब्द नूं एक बार पढ़ो प्यार नाल। कहंदे गुरमुख शास्त्र सिमरत वेद गुरमुख पावै घट घट भेद गुरमुख वैर विरोध गवावै गुरमुख सगली गणत मिटावै गुरमुख राम नाम रंग राता नानक गुरमुख खसम पछाता। हुण देखो अगे शब्द चल रहे हैं। महा कहते बिन गुर भरमै आवै जाए। हुण गुरमुखता महाराज तत् समझा रहे। कहते बिना गुरु दे गुर तो जीवन च बंदा भरमदा रहिंदा है आउंदा जांदा रहिंदा। आवै जाए दा अर्थ है जन्मदा मरदा रहिंदा है। ध्यान रखना असल संसार दे विच अपने शरीर ने इस आवागमन नूं खत्म करना है। ध्यान रखना महाराज कहंदे भाई जिन्हां ने बाणी दे राही घट बैठे रब दे हुक्म नूं बूझिया ना जी वो फिर जीवन दे विच कहंदे कदे भी ख्याल रखना आउंदे जांदे नहीं हन रब च समा जांदे रब विच। ध्यान रखना कहंदे बिन गुर भरम भरमै आवै जाए। बिना गुरु दे गुर गुर दा अर्थ जिथे भी शब्द आवे ना जी बहुत टिका के कर। हुण तुसीं इन्ना ख्याल रखो जदों आपां गुर दा अर्थ इस तरह कर रहे हैं कि साडे वास्ते गुर वो है जो गुरु दिंदा है। पहली गल तां ओहदा अर्थ है कि गुरु तो बिना जीवन च गुर नहीं मिलना। यानी गुरु दे नाल जुड़िया सानू जुगत घट बैठे रब नाल मिलन दी नहीं मिलनी। हुण इहनूं होर विचारो कि जे साडा गुरु व्यक्ति नहीं है साडा गुरु वो गुरु है जो नानक पातशाह दा गुरु है। नानक पातशाह जी दे वो गुरु ने जिहड़े घट बैठे रब दी बाणी है
जिस बाणी तो बंदा टुटदा है ते बंदा दुखी हुंदा है, जै तन बाणी विसर जाए, जो पक्का रोगी विल लाए। जे साडे गुरु घट बैठे रब दी बाणी है, सिर्फ महाराज ने उस बाणी ਨੂੰ ਪ੍ਰਕਾਸ਼ ਕੀਤਾ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਹੈ, ਤੇ ਜੀਵਨ ਵਿੱਚ ਸਾਨੂੰ ਇਹ ਅਰਥ ਨੂੰ ਫੋਲੋ ਕਰਨ ਵਿੱਚ ਕੀ ਦਿੱਕਤ ਹੈ? ਖਿਆਲ ਕਰੋ। ਪਹਿਲਾਂ ਤਾਂ ਅਸੀਂ ਗੁਰ ਜੁਗਤ ਨੂੰ ਕਹੀਏ ਜੋ ਗੁਰੂ ਦਿੰਦੇ ਨੇ। ਫਿਰ ਗੁਰੂ ਕੌਣ ਹੈ? ਉਹ ਬਾਣੀ ਗੁਰੂ ਹੈ, ਜੋ ਸਾਨੂੰ ਜੀਵਨ ਵਿੱਚ ਘਟ ਬੈਠੇ ਰੱਬ ਦੀ ਆਈ ਹੈ ਤੇ ਸਾਨੂੰ ਘਟ ਬੈਠੇ ਰੱਬ ਨਾਲ ਜੋੜਦੀ ਹੈ। ਸੋ ਹੁਣ ਇਸ ਤਿੰਨ ਸਰੂਪ ਨੂੰ ਇਸ ਤੋਂ ਨਿਖੇਰੋ। ਆਪਾਂ ਜਿਹੜੇ ਅਰਥ ਕਰ ਰਹੇ ਹਾਂ, ਇਹ ਜੇ ਕਿਤੇ ਜਗਤ ਸਮਝਣ ਲੱਗ ਜਾਏ, ਸਾਨੂੰ ਉਹ ਸਿੱਖੀ ਨਾਲ ਜੋੜੇਗਾ ਜੋ ਗੁਰਬਾਣੀ ਸਾਨੂੰ ਸਿਖਾ ਰਹੀ ਹੈ। ਧਿਆਨ ਰੱਖਣਾ। ਸੋ ਗੁਰ ਦਾ ਅਰਥ ਕਦੇ ਗੁਰੂ ਨਹੀਂ ਕਰਨਾ। ਇਹ ਦੇਹਧਾਰੀ ਗੁਰੂ ਟੱਪਦੇ ਨੇ, ਟਪਾਉਂਦੇ ਨੇ, ਅਰਥ ਦੀ ਉਲੰਘਣਾ ਕਰ ਜਾਂਦੇ ਨੇ, ਫਿਰ ਉਹ ਆਪਣੇ ਆਪ ਦੇ ਨਾਲ ਜੋੜਨ ਦਾ ਉਹਨਾਂ ਦਾ ਫਿਰ ਖਿਆਲ ਜੁੜਿਆ ਰਹਿੰਦਾ। ਉਹ ਬਾਣੀ ਗੁਰੂ ਨਾਲ ਜੁੜਦੇ ਹੀ ਨਹੀਂ ਹਨ। ਧਿਆਨ ਰੱਖ, ਉਹ ਬੋਲਦੇ ਕੁਝ ਹੋਰ ਨੇ, ਕਰਦੇ ਕੁਝ ਹੋਰ ਨੇ। ਉਹਨਾਂ ਦਾ ਬੋਲਣਾ ਲੋਕਾਂ ਨੂੰ ਭਰਮਾਉਣਾ ਹੁੰਦਾ ਹੈ, ਉਹਨਾਂ ਦਾ ਬੋਲਣਾ ਆਪਣੇ ਆਪ ਨਾਲ ਜੋੜਨਾ ਹੁੰਦਾ ਹੈ, ਹਨਾ। ਇਹਨਾਂ ਤੋਂ ਮਹਾਰਾਜ ਨੇ ਜਗਤ ਤੋਂ ਤੋੜਨ ਵਾਸਤੇ ਬਾਣੀ ਗੁਰੂ ਦਾ ਇਹ ਘਰ ਬਣਾਇਆ ਜੀ। ਇਹ ਬਹੁਤ ਕਲੀਅਰ ਹੋ ਪਹਿਲਾਂ, ਜਿੰਨੇ ਸਾਡੇ ਗੁਰਸਿੱਖ ਨੇ, ਜਿਤਨੇ ਸਾਡੇ ਗੁਰੂ ਮਹਾਰਾਜ ਦੇ ਬਾਣੀ ਨਾਲ ਜੁੜੇ ਹੋਏ ਸਿੰਘ ਨੇ, ਧਿਆਨ ਰੱਖਣਾ, ਜਿੰਨੇ ਆਪਣੇ ਆਪ ਨੂੰ ਖਾਲਸਾ ਕਹਾਉਣ ਵਾਲੇ ਸਿੰਘ ਨੇ, ਧਿਆਨ ਰੱਖਣਾ, ਸਾਨੂੰ ਇਹ ਕਨਸੈਪਟ ਨੂੰ ਬਣਾ ਕੇ ਜੇ ਤੁਰਦੇ ਆ ਜੀਵਨ ਦੇ ਵਿੱਚ, ਸਾਨੂੰ ਥੋੜਾ ਜਿਹੀ ਤਕਲੀਫ ਹੁੰਦੀ ਹੈ ਸਮਝਣ ਵਿੱਚ। ਸਾਨੂੰ ਐਂ ਲੱਗਦਾ ਕਿ ਆਪਾਂ ਨੂੰ ਬਾਣੀ ਸਮਝਣ ਦੀ ਲੋੜ ਨਹੀਂ, ਪੜ੍ਹੀ ਜਾਓ ਹਨ। ਮਹਾਰਾਜ ਕਹਿੰਦੇ ਸਮਝ ਕੇ ਪੜ੍ਹੋ, ਵਿਚਾਰ ਕੇ ਪੜ੍ਹੋ। ਇਹ ਸਭ ਤੋਂ ਵੱਡੀ ਸੇਵਾ ਹੈ, ਗੁਰ ਕੀ ਸੇਵਾ ਸ਼ਬਦ ਵਿਚਾਰ। ਕਹਿੰਦੇ ਬਾਣੀ ਦੀ ਵਿਚਾਰ ਕਰਨੀ ਸਿੱਖੋ ਜੀ। ਧਿਆਨ ਰੱਖੋ। ਸੋ ਇਸ ਕਨਸੈਪਟ ਨੂੰ ਪਹਿਲਾਂ ਬਣਾਓ ਕਿ ਘਟ ਬੈਠੇ ਰੱਬ ਦੀ ਬਾਣੀ ਨੂੰ ਜਿਹੜੀ ਸ਼ਬਦਾਂ ਰਾਹੀਂ ਆਉਂਦੀ ਹੈ, ਅਸੀਂ ਉਹਨਾਂ ਨੂੰ ਗੁਰੂ ਕਹਿੰਦੇ ਹਾਂ। ਪਹਿਲੀ ਗੱਲ ਧਿਆਨ ਰੱਖੋ, ਸਾਡਾ ਗੁਰੂ ਕੋਈ ਵਿਅਕਤੀ ਨਹੀਂ, ਸਾਡਾ ਗੁਰੂ ਕੋਈ ਫੋਟੋਆਂ ਨਹੀਂ ਹੈ। ਚਾਹੇ ਬਾਬੇ ਨਾਨਕ ਸਾਹਿਬ ਜੀ ਦੀ ਹੈ, ਚਾਹੇ ਦਸੇ ਪਾਤਸ਼ਾਹਾਂ ਦੀ ਫੋਟੋਆਂ ਦਸੇ ਪਾਤਸ਼ਾਹਾਂ ਦੀ ਹੋਵੇ, ਹਨਾ, ਅਸੀਂ ਉਹਨਾਂ ਦੀ ਪੂਜਾ ਨਹੀਂ ਕਰਦੇ। ਅਸੀਂ ਬਾਣੀ ਗੁਰੂ ਨਾਲ ਜੋੜਦੇ ਹਾਂ, ਅਸੀਂ ਉਹਨਾਂ ਦਾ ਸਤਿਕਾਰ ਰੱਖਦੇ ਹਾਂ। ਧਿਆਨ ਰੱਖਣਾ, ਪੂਜਾ ਨਹੀਂ ਕਰਦੇ। ਸਤਿਕਾਰ ਇੱਕ ਵੱਖਰੀ ਚੀਜ਼ ਹੈ, ਪੂਜਾ ਇੱਕ ਵੱਖਰੀ ਚੀਜ਼ ਹੈ। ਧਿਆਨ ਰੱਖਣਾ, ਅਸੀਂ ਫੋਟੋਆਂ ਦਾ ਵੀ ਸਤਿਕਾਰ ਨਹੀਂ ਕਰਦੇ। ਯਾਨੀ ਖਿਆਲ ਰੱਖਣਾ, ਫੋਟੋਆਂ ਦੀ ਪੂਜਾ ਨਹੀਂ ਕਰਦੇ ਅਸੀਂ। ਇਹ ਸਾਰੀਆਂ ਫੋਟੋਆਂ ਜਿਹੜੀਆਂ ਬਣੀਆਂ ਹਨ ਮਨੋਕਲਪਿਤ ਨੇ। ਮਹਾਰਾਜ ਨੇ ਕਿਸੇ ਨੂੰ ਆਪਣੀ ਫੋਟੋ ਬਣਾ ਕੇ ਜੀਵਨ ਵਿੱਚ ਕਦੇ ਖਿਆਲ ਕਰਨਾ ਕਿਸੇ ਨੂੰ ਦਿੱਤੀ ਨਹੀਂ ਕਿ ਮੇਰੀ ਪੂਜਾ ਕਰੋ, ਇਸ ਵਾਸਤੇ ਦਿੱਤੀ ਨਹੀਂ ਹੈ। ਧਿਆਨ ਰੱਖਣਾ, ਮਹਾਰਾਜ ਨੇ ਤਾਂ ਇੱਥੇ ਤੱਕ ਕਲਗੀਧਰ ਪਾਤਸ਼ਾਹ ਨੇ ਕਿਹਾ, ਜੋ ਹਮਕੋ ਪਰਮੇਸ਼ਰ ਉਚਰਾ ਹੈ ਤੇ ਸਭ ਨਰਕ ਕੁੰਡ ਮਹਿ ਪਰ ਹੈ, ਮੋਹ ਕੋ ਦਾਸ ਤਵਨ ਕਾ ਜਾਣੋ, ਜਾਂ ਮੈਂ ਭੇਦ ਨਾ ਰੰਚ ਪਛਾਣੋ। ਬੇਸ਼ੱਕ ਮੇਰੇ ਤੇ ਰੱਬ ਦੇ ਵਿੱਚ ਕੋਈ ਭੇਦ ਨਹੀਂ ਹੈ, ਮੈਨੂੰ ਰੱਬ ਦਾ ਦਾਸ ਜਾਣ। ਜਿਵੇਂ ਤੁਸੀਂ ਪੜ੍ਹਦੇ ਹੋ, ਕਹਿੰਦੇ ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਣੀ। ਜੇ ਰੱਬ ਤੇ ਰਾਮ ਇੱਕ ਹੋ ਗਿਆ, ਸਿੱਖ ਤੇ ਰੱਬ ਇੱਕ ਹੋ ਗਿਆ, ਜੇ ਮਹਾਰਾਜ ਤੇ ਰੱਬ ਇੱਕ ਹੋ ਗਏ, ਫਿਰ ਕਹਿੰਦੇ ਰੱਬ ਦੀ ਬੰਦਗੀ ਕਰਨ ਵਾਸਤੇ ਸਿੱਧਾ ਗਿਆਨ ਲਓ ਨਾ ਜੀ। ਤੁਸੀਂ ਫਿਰ ਸਰੀਰ ਦੀ ਪੂਜਾ ਦੇ ਫੋਟੋ ਰੱਖ ਕੇ ਉਹਦਾ ਧਿਆਨ ਰੱਖਣ ਦੇ ਵਿੱਚ ਕਿਉਂ ਉਲਝਦੇ ਹੋ ਤੇ ਲੋਕਾਂ ਨੂੰ ਉਲਝਾਉਂਦੇ ਹੋ? ਇਹ ਤੋਂ ਬਚਣਾ ਹੈ। ਸੋ ਮਹਾਰਾਜ ਕਹਿੰਦੇ ਭਾਈ, ਇਸ ਦੇ ਅਰਥ ਪਹਿਲਾਂ ਜਾਣੋ ਕਿ ਸਾਡਾ ਗੁਰੂ ਉਹ ਗੁਰੂ ਹੈ ਜੋ ਨਾਨਕ ਸੱਚੇ ਪਾਤਸ਼ਾਹ ਜੀ ਦਾ ਗੁਰੂ ਸੀ। ਨਾਨਕ ਸੱਚੇ ਪਾਤਸ਼ਾਹ ਜੀ ਦਾ ਉਹ ਗੁਰੂ ਹੈ ਜੋ ਸ੍ਰਿਸ਼ਟੀ ਦੀ ਸਾਰੀ ਰਚਨਾ ਤੋਂ ਲੈ ਕੇ ਜਦੋਂ ਤੱਕ ਸ੍ਰਿਸ਼ਟੀ ਰਹੇਗੀ, ਉਸ ਬਾਣੀ ਨੇ ਗੁਰੂ ਰਹਿਣਾ ਹੈ। ਮਹਾਰਾਜ ਕਹਿੰਦੇ ਭਾਈ, ਇਹ ਬਾਣੀ ਕਹਿੰਦੇ ਜੀਵਨ ਵਿੱਚ ਚਾਰੋਂ ਯੁਗਾਂ ਵਿੱਚ ਵਰਤੀ ਹੈ। ਚਾਰੋਂ ਯੁਗਾਂ ਵਿੱਚ ਐਸੇ ਘਟ ਬੈਠੇ ਰੱਬ ਦੀ ਬਾਣੀ, ਜਿਹਨੂੰ ਮਹਾਰਾਜ ਕਹਿੰਦੇ ਸਭ ਹੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਸੋ ਮਹਾਰਾਜ ਨੇ ਸਾਨੂੰ ਘਟ ਬੈਠੇ ਰੱਬ ਨਾਲ ਜੋੜਿਆ ਤੇ ਮਹਾਰਾਜ ਦੇ ਸਾਰੇ ਸ਼ਬਦ ਨੂੰ ਪੜੋ। ਨਾਨਕ ਸੱਚੇ ਪਾਤਸ਼ਾਹ ਜੀ ਦੇ ਪਹਿਲਾਂ ਸ਼ਬਦਾਂ ਨੂੰ ਵਿਚਾਰੋ, ਪੜੋ ਬਾਰ-ਬਾਰ ਕਿ ਨਾਨਕ ਸੱਚੇ ਪਾਤਸ਼ਾਹ ਰੱਬ ਦੀ ਬਾਣੀ ਨਾਲ, ਖਸਮ ਦੀ ਬਾਣੀ ਨਾਲ ਕਿਵੇਂ ਜੁੜੇ, ਕਿਉਂਕਿ ਖਸਮ ਨੇ ਬਾਣੀ ਭੇਜੀ ਹੈ ਅੰਦਰੋਂ। ਜਦੋਂ ਮਹਾਰਾਜ ਕਹਿੰਦੇ ਬਾਣੀ ਆ ਰਹੀ ਹੈ ਬਰਦਾਨਿਆ, ਕਹਿੰਦੇ ਰਵਾਬ ਚੱਕ ਕਹਿੰਦੇ ਨੇ ਨਾ, ਕਹਿੰਦੇ ਭਾਈ ਰੱਬ ਘਟ ਬੈਠੇ ਰੱਬ ਬਾਣੀ ਭੇਜਦੇ ਨੇ। ਐਸੇ ਸਭ ਦੇ ਵਿੱਚੋਂ ਘਟ ਬੈਠੇ ਰੱਬ ਬੋਲਦੇ ਨੇ। ਸਭ ਹੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਧਿਆਨ ਰੱਖ, ਐਸੀ ਬਾਣੀ ਨੂੰ ਗੁਰੂ ਸਮਝਣਾ, ਫਿਰ ਉਹ ਤੋਂ ਗੁਰ ਲੈਣਾ, ਹੈ ਨਾ। ਉਸ ਤੋਂ ਜੁਗਤੀ ਸਿੱਖਣੀ
ਕਿਉਂਕਿ ਦੂਜਿਆਂ ਤੋਂ ਆਪਾਂ ਜਾ ਕੇ ਸੰਗਤ ਕਰਾਂਗੇ, ਉਹਨਾਂ ਦੀ ਗੱਲਾਂ ਸੁਣਾਂਗੇ, ਫਿਰ ਉਹ ਦੂਜੀਆਂ ਹੀ ਗੱਲਾਂ ਸੁਣਾਉਣਗੇ। ਅਸੀਂ ਬਾਣੀ ਗੁਰੂ ਦੀ ਗੱਲ ਜਦੋਂ ਬਾਣੀ ਗੁਰੂ ਤੋਂ ਸੁਣਾਂਗੇ, ਧਿਆਨ ਰੱਖਣਾ, ਤਾਂ ਸਾਨੂੰ ਫਿਰ ਘੱਟ ਬੈਠੇ ਰੱਬ ਦੀ ਗੱਲ ਸੁਣਾਈ ਦੇਗੀ। ਘੱਟ ਬੈਠਾ ਫਿਰ ਮਨ ਨਿਰਮਲ ਉਹਦੇ ਨਾਲ ਜੁੜ ਕੇ ਹੋਏਗਾ। ਫਿਰ ਘੱਟ ਬੈਠੇ ਰੱਬ ਨੂੰ ਫਿਰ ਸਭ ਦੇ ਵਿੱਚ ਦੇਖਣ ਦੀ ਉਸ ਨੂੰ ਅਵਸਰ ਪ੍ਰਾਪਤ ਹੋਏਗਾ। ਫਿਰ ਉਹ ਆਪਣੇ ਵਿੱਚ ਵੀ ਰੱਬ ਦੇ ਗੁਣ ਗਾਏਗਾ, ਸਭ ਦੇ ਵਿੱਚ ਵੀ ਰੱਬ ਦੇ ਗੁਣ ਗਾਏਗਾ। ਉਹ ਫਿਰ ਕਿਸੇ ਵਿੱਚ ਆਪਣੇ ਆਪ ਨੂੰ ਜਨਾਏਗਾ ਨਹੀਂ, ਉਹ ਕਿਸੇ ਨੂੰ ਜਨਾ ਕੇ ਕਿਸੇ ਦੀ ਉਸਤਤ ਨਹੀਂ ਕਰੇਗਾ। ਕਿਤਨਾ ਫਰਕ ਪਏਗਾ ਤੁਸੀਂ ਧਿਆਨ। ਸੋ ਸੱਚੇ ਪਾਤਸ਼ਾਹ ਕਹਿੰਦੇ ਭਾਈ, ਜਿਸ ਵੇਲੇ ਤੁਸੀਂ ਗੁਰ ਸ਼ਬਦ ਵਰਤਣਾ, ਇੱਥੇ ਗੁਰ ਵਰਤੋ, ਉਹਦਾ ਫਿਰ ਭਰਮ ਮਿਟਦਾ, ਉਹਦਾ ਆਵਾਗਮਨ ਖਤਮ ਹੁੰਦਾ, ਉਹਦਾ ਵਾਂਡਰਿੰਗ ਖਤਮ ਹੋ ਜਾਂਦੀ ਹੈ। ਉਹ ਭਰਮਾਂ ਵਿੱਚ ਨਹੀਂ ਪੈਂਦਾ, ਫਿਰ ਸੰਸ਼ੇ ਚ ਨਹੀਂ ਪੈਂਦਾ। ਫਿਰ ਕਹਿੰਦੇ ਬਿਨ ਗੁਰ ਭਰਮੈ ਆਵੇ ਜਾਏ, ਬਿਨ ਗੁਰ ਘਾਲ ਨਾ ਪਵੇ ਥਾਏ। ਕਹਿੰਦੇ ਜਿੰਨੀ ਮਰਜ਼ੀ ਤੁਸੀਂ ਘਾਲ ਕਮਾ ਲਓ, ਧਿਆਨ ਰੱਖਣਾ, ਤੁਸੀਂ ਜਿੰਨੀ ਮਰਜ਼ੀ ਘਾਲ ਕਮਾ ਕੇ ਹੱਥਾਂ ਤੋਂ ਲੋਕਾਂ ਨੂੰ ਦੇ ਦਿਓ, ਪਰ ਤੁਸੀਂ ਜੇ ਕਹਿ ਦਿਓ ਇਸ ਬਿਨਾਂ ਜੁਗਤ ਤੋਂ, ਇਸ ਗੁਰ ਤੋਂ, ਸਮਝ ਤੋਂ ਕਿ ਰੱਬ ਨੇ ਕੀਤਾ, ਜੇ ਤੁਸੀਂ ਇਹ ਕਿਹਾ ਕਿ ਮੈਂ ਕੀਤਾ, ਉੱਥੇ ਫਸ ਜਾਓ। ਅਸਲ ਕਿਹਾ ਜਾਂਦਾ ਹੈ, ਨਿਕਲ ਜਾਂਦਾ ਇਸ ਤਰ੍ਹਾਂ। ਇਹ ਤੋਂ ਜੀਵਨ ਵਿੱਚ ਕਹਿੰਦੇ ਭਾਈ ਸਮਝਣ ਵਾਸਤੇ ਬਚਣਾ, ਕਹਿੰਦੇ ਭਾਈ ਗੁਰੂ ਦੇ ਦੱਸੇ ਹੋਏ ਗੁਰ ਨਾ ਜੋੜਨਾ। ਕਹਿੰਦੇ ਬਿਨ ਗੁਰ ਘਾਲ ਨਾ ਪਵੇ ਥਾਏ, ਕਹਿੰਦੇ ਬਿਨਾਂ ਇਸ ਗੁਰ ਤੋਂ, ਕਹਿੰਦੇ ਘਾਲ ਜੋ ਮਿਹਨਤ ਕੀਤੀ ਹੁੰਦੀ ਹੈ, ਕਹਿੰਦੇ ਉਹ ਫਿਰ ਸਾਰੀ ਬਿਰਥੀ ਚਲੀ ਜਾਂਦੀ ਹੈ, ਬਿਰਥੀ ਹੋ ਜਾਂਦੀ। ਕਹਿੰਦੇ ਭਾਈ ਬਿਰਥੀ ਸਾਕਤ ਕੀ ਆਰਜਾ, ਕਹਿੰਦੇ ਜੀਵਨ ਸਾਰੀ ਆਰਜਾ ਫਿਰ ਖਤਮ ਹੋ ਜਾਂਦੀ ਹੈ ਜੋ ਐਸੇ ਸਾਕਤ ਹੁੰਦੇ ਨੇ। ਸਾਕਤ ਦਾ ਅਰਥ ਹੈ ਕਿ ਰੱਬ ਨੇ ਥੋੜੀ ਕੀਤਾ, ਮੈਂ ਕੀਤਾ, ਉਹਨੂੰ ਸਾਕਤ ਕਹਿੰਦੇ। ਇਹ ਰੱਬ ਥੋੜੀ ਕਰ ਸਕਦਾ, ਤਾਂ ਮੇਰਾ ਕੀਤਾ ਹੈ ਉਹ ਸਾਕਤ ਹੈ। ਮਹਾਰਾਜ ਕਹਿੰਦੇ ਭਾਈ ਐਸੀ ਅਵਸਥਾ ਤੋਂ ਮਹਾਰਾਜ ਕਹਿੰਦੇ ਭਾਈ ਬਚਣਾ। ਕਹਿੰਦੇ ਬਿਨ ਗੁਰ ਮਨੁਆ ਅਤ ਡੋਲਾਏ, ਬਿਨਾਂ ਇਸ ਗੁਰੂ ਦੇ ਦੱਸੇ ਹੋਏ ਗੁਰ ਤੋਂ ਜਿਹੜਾ ਆਪਣਾ ਮਨ ਹੈ ਇਹ ਬਹੁਤ ਡੋਲ ਜਾਂਦਾ ਹੈ। ਥੋੜਾ ਥੋੜਾ ਕभी ऊब चढ़त है कभी जाए प्याले, है ना, थोड़ी थोड़ी देर ਚ ਮਨ ਡੋਲ ਜਾਂਦਾ, ਟਿਕਦਾ ਹੀ ਨਹੀਂ ਹੈ। ਸੋ ਕਹਿੰਦੇ ਅਸੀਂ ਗੁਰ ਨਹੀਂ ਲਿਆ, ਅਸੀਂ ਗੁਰ ਦੇ ਅਰਥ ਗੁਰੂ ਤੋਂ ਨਹੀਂ ਸਿੱਖੇ, ਅਸੀਂ ਗੁਰੂ, ਅਸੀਂ ਵਿਅਕਤੀ ਨੂੰ ਸਮਝੀ ਬੈਠੇ ਹਾਂ, ਅਸੀਂ ਗੁਰੂ ਬਾਣੀ ਨੂੰ ਸਮਝਿਆ ਹੀ ਨਹੀਂ ਹੈ। ਜਿਹੜਾ ਬਾਣੀ ਗੁਰੂ ਨਾਲ ਜੁੜਦਾ ਹੈ ਉਹ ਤੋਂ ਹੀ ਕੇਵਲ ਗੁਰ ਲੈਂਦਾ ਹੈ, ਉਹਦਾ ਹੀ ਮਨ ਟਿਕਦਾ ਹੈ, ਨਹੀਂ ਤਾਂ ਮਨ ਡੋਲਿਆ ਡੋਲਿਆ ਡੋਲਦਾ ਹੀ ਰਹਿੰਦਾ। ਧਿਆਨ ਰੱਖਣਾ। ਕਹਿੰਦੇ ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ, ਦੇਖੋ ਕਿੰਨੀ ਵੱਡੀ ਗੱਲ ਕਰਦੇ। ਕਹਿੰਦੇ ਬਿਨਾਂ ਗੁਰੂ ਦੇ ਦੱਸੇ ਹੋਏ ਗੁਰ ਤੋਂ ਇਹ ਤ੍ਰਿਪਤ ਨਹੀਂ ਹੁੰਦਾ, ਰੱਜਦਾ ਹੀ ਨਹੀਂ ਹੈ। ਧਿਆਨ ਰੱਖਣਾ। ਕਹਿੰਦੇ ਜੀਵਨਾ, ਮਹਾਰਾਜ ਕਹਿੰਦੇ ਬਿਨਾਂ ਸੰਤੋਖ ਨਹੀਂ ਕੋ ਰਾਜ ਹੈ। ਕਹਿੰਦੇ ਜੀਵਨ ਵਿੱਚ ਅਸੰਤੋਖ ਗੁਰੂ ਦੇ ਗੁਰ ਤੋਂ ਹੀ ਪ੍ਰਾਪਤ ਹੁੰਦਾ ਹੈ, ਨਹੀਂ ਤਾਂ ਜੀਵਨ ਵਿੱਚ ਤ੍ਰਿਪਤੀ ਨਹੀਂ ਆਉਂਦੀ ਹੈ। ਪਹਿਲਾਂ ਤਾਂ ਆਪਾਂ ਨੂੰ ਖਾਣ ਦਾ ਹੀ ਨਹੀਂ ਪਤਾ ਲੱਗਦਾ, ਹੈ ਨਾ, ਆਪਾਂ ਖਾਈ ਜਾਂਦੇ ਹਾਂ, ਖਾਈ ਜਾਂਦੇ ਹਾਂ, ਖਾਈ ਜਾਂਦੇ ਹਾਂ, ਖਾਈ ਜਾਂਦੇ ਹਾਂ। ਅਸੀਂ ਸਮਝਦੇ ਕਿ ਉੱਤੇ ਗਲੇ ਤੇ ਉੱਪਰ ਆਏ ਤਾਂ ਰੱਜਾਂਗੇ, ਹੈ ਨਾ, ਸਾਨੂੰ ਹਾਲੇ ਰੱਜ ਦਾ ਹੀ ਨਹੀਂ ਪਤਾ ਲੱਗਿਆ। ਸਾਨੂੰ ਹਰ ਕੰਮ ਦਾ ਕਹਿੰਦੇ ਉਹਦਾ ਠਿਕਾਣਾ ਹੀ ਨਹੀਂ ਪਤਾ ਲੱਗ ਰਿਹਾ ਕਿ ਕਿੱਥੇ ਖਤਮ ਕਰੀਏ ਤੇ, ਹਨਾ, ਕਿੱਥੇ ਅਸੀਂ ਰੁਕੀਏ, ਕਿੱਥੇ ਸਾਨੂੰ ਰੁਕਣਾ ਚਾਹੀਦਾ ਹੈ। ਉਹ ਜਿਹੜੀ ਗੱਲ ਹੈ ਤ੍ਰਿਪਤੀ ਤੋਂ ਹੀ ਪ੍ਰਾਪਤ ਹੁੰਦੀ ਹੈ। ਤਿੰਨੋਂ ਗੁਣਾ ਦਾ ਖਸਮ ਹੋ ਕੇ ਚੱਲਣਾ, ਤਿੰਨੋਂ ਗੁਣਾ ਦੇ ਮਾਲਕ ਹੋ ਕੇ ਚੱਲਣਾ ਹੈ। ਉਹ ਜਾਣੋ ਤੀਰਥ ਤੇ ਬੈਠਾ ਹੈ, ਤਿੰਨੋਂ ਗੁਣਾ ਦਾ ਰਥਵਾਈ ਹੋ ਗਿਆ ਹੈ, ਤਾਂ ਜਾਣੋ ਤਿੰਨੋਂ ਗੁਣਾ ਦੇ ਉੱਤੇ ਫਿਰ ਉਹ ਰੱਜ ਪ੍ਰਾਪਤ ਕਰਦਾ, ਉਹਨੂੰ ਤ੍ਰਿਪਤ ਹੋਣਾ ਕਹਿੰਦੇ ਤਿੰਨੋਂ ਗੁਣਾ ਤੋਂ, ਸਤੋ ਰਜੋ ਤਮੋ, ਹਨਾ। ਨਹੀਂ ਤਾਂ ਕਹਿੰਦੇ ਜੋ ਵੀ ਬੰਦਾ ਕਹਿੰਦੇ ਖਾਂਦਾ ਹੈ ਜ਼ਹਿਰ ਖਾ ਰਿਹਾ, ਜ਼ਹਿਰ। ਧਿਆਨ, ਬਿਨ ਗੁਰ ਤ੍ਰਿਪਤ ਨਹੀਂ ਕਹਿੰਦੇ ਬਿਖ ਖਾਏ। ਕਹਿੰਦੇ ਜਦੋਂ ਤੱਕ ਇਹ ਤ੍ਰਿਪਤੀ ਨਹੀਂ ਆਉਂਦੀ, ਨਹੀਂ ਤਾਂ ਕਹਿੰਦੇ ਭਾਈ ਜੀਵਨ ਵਿੱਚ ਇਹ ਤ੍ਰਿਪਤੀ ਆਉਂਦੀ ਹੈ ਤਾਂ ਇਹ ਬਿਖ ਤੋਂ ਬਚਦਾ ਹੈ, ਫਿਰ ਬਿਖ ਨਹੀਂ ਖਾਂਦਾ, ਨਹੀਂ ਤਾਂ ਉਹ ਬਿਖ ਦੇ ਵਿੱਚ ਜਾ ਵੜਦਾ। ਧਿਆਨ ਰੱਖਣਾ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਬਿਨ ਗੁਰ ਬਸੀਰ ਦਸੈ ਮਰਵਾਟ, ਕਹਿੰਦੇ ਬਿਨਾਂ ਇਸ ਸੋਝੀ ਤੋਂ, ਗੁਰੂ ਦੇ ਦੱਸੇ ਹੋਏ ਸੋਝੀ ਤੋਂ, ਕਹਿੰਦੇ ਭਾਈ ਇਸ ਰਾਸਤੇ ਤੇ ਚੱਲਦਿਆਂ ਹੋਇਆਂ ਆਏ ਜਾਣੋ ਸਾਨੂੰ ਸੱਪ ਨੇ ਡਸ ਲਿਆ, ਜ਼ਹਿਰ ਡਸਦੀ। ਇਹ ਮਾਇਆ ਜਿਹੜੀ ਇਹਨੂੰ ਨਾਗਨੀ ਕਿਹਾ ਮਾਰਾ। ਧਿਆਨ, ਕਹਿੰਦੇ ਭਾਈ ਮਾਇਆ ਹੋਈ ਨਾਗਨੀ, ਨਾਗਨੀ ਕਹਿੰਦੇ ਨੇ ਅਸੀਰ ਸੱਪ ਨੂੰ, ਕਹਿੰਦੇ ਇਹ ਸਾਨੂੰ ਬਿਨਾਂ ਉਸ ਤੋਂ ਕਹਿੰਦੇ ਦੰਦਾਂ ਤੋਂ ਖਾ ਜਾਂਦੀ ਹੈ। ਕਹਿੰਦੇ ਬਾਣਿਆ ਮਾਇਆ ਹੋਈ ਨਾਗਨੀ ਜਿਨ ਬਿਨ ਦੰਤਾਂ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਭਰੇ ਜਿਨ ਸੱਚ ਨਾਮ ਚਿਤਰਾ। ਸੋ ਮਹਾਰਾਜ ਕਹਿੰਦੇ ਭਾਈ ਇਸ ਰਾਸਤੇ ਤੇ ਚੱਲਦਿਆਂ ਚੱਲਦਿਆਂ ਮਾਇਆ ਨੇ ਸਾਨੂੰ ਵਾਟ, ਕਹਿੰਦੇ ਨੇ ਰਾਸਤੇ ਤੇ, ਕਹਿੰਦੇ ਚੱਲਦਿਆਂ ਚੱਲਦਿਆਂ ਸਾਨੂੰ ਇਹਨੇ ਡਸ ਲੈਣਾ। ਅਸੀਂ ਡਸ, ਜਿਸ ਵੇਲੇ ਡਸੇਗਾ ਤਾਂ ਫਿਰ ਅਸੀਂ ਮਰ ਜਾਣਾ, ਫਿਰ ਜਨਮਾਂਗੇ, ਫਿਰ ਸਰੀਰ ਮਿਲੂਗਾ। ਜਦੋਂ ਤੱਕ ਪੂਰਾ ਗੁਰ ਨਹੀਂ ਮਿਲੇਗਾ ਨਾ,
ਇਹਦਾ ਜਨਮ ਮਰਨ ਖਤਮ ਨਹੀਂ ਹੋਣਾ। ਧਿਆਨ, ਨਾਨਕ ਗੁਰ ਬਿਨ ਘਾਟੇ ਘਾਟ, ਕਹਿੰਦੇ ਇਸ ਗੁਰ ਤੋਂ ਬਿਨਾ ਘੱਟ ਹੀ ਘੱਟ ਹੈ, ਘੱਟ ਹੀ ਘੱਟ ਹੈ। ਧਿਆਨ, ਸੋ ਗੁਰ ਦੇ ਅਰਥ ਕਿਤਨੇ ਸੰਭਲ ਕੇ ਕਰਨੇ ਪੈਣਗੇ, ਸਿੱਖ ਨੂੰ ਇਹ ਸਮਝਣ ਦੀ ਲੋੜ ਹੈ। ਨਹੀਂ ਤਾਂ ਜਿਤਨੇ ਟੀਕੇ ਨੇ ਗੁਰ ਦਾ ਅਰਥ ਗੁਰੂ ਹੀ ਕੀਤਾ ਹੈ। ਧਿਆਨ ਰੱਖਣਾ। ਸੋ ਸੱਚ ਕਰਕੇ ਜਾਣਿਓ, ਕਹਿੰਦੇ ਬਿਨ ਗੁਰ, ਕਹਿੰਦੇ ਭਾਈ, ਕਹਿੰਦੇ ਬਸੀਰ ਡਸੈ ਮਰ ਵਾਟ, ਕਹਿੰਦੇ ਰਸਤੇ ਦੇ ਚਲਦੇ ਚਲਦਿਆਂ ਇਹ ਇਹਨਾਂ ਮਾਇਆ ਨੇ, ਨਾਗਨੀ ਨੇ ਤੁਹਾਨੂੰ ਦੱਸਦੇ ਰਹਿਣਾ, ਦੱਸਦੇ ਰਹਿਣਾ। ਨਾਗਨੀ ਕਈ ਪ੍ਰਕਾਰ ਦੀ ਹੈ, ਇਹ ਸਰੀਰ ਵੀ ਨਾਗਨੀ ਹੈ, ਮਾਇਆ ਹੈ, ਹਨਾ। ਇਹ ਬੱਚੇ ਵੀ ਨਾਗਨੀ ਨੇ, ਇਹ ਪਤੀ ਪਤਨੀ ਵੀ ਨਾਗਨੀ ਹੈ, ਸਾਡਾ ਸੁੱਖ ਵੀ ਨਾਗਨੀ ਹੈ। ਕਹਿੰਦੇ ਜੇ ਸਾਡਾ ਮਨ ਗੁਰੂ ਦੇ ਗੁਰ ਨਾ ਚੜੇ, ਕਹਿੰਦੇ ਫਿਰ ਇਹ ਸਾਨੂੰ ਜੀਵਨ ਵਿੱਚ ਮਾਇਆ ਨਹੀਂ ਦੱਸੇਗੀ, ਸਾਨੂੰ ਸਾਰੇ ਦੇ ਵਿੱਚ ਰੱਬ ਦਿਖੇਗਾ, ਫਿਰ ਸਭ ਦੇ ਵਿੱਚੋਂ ਸਾਡਾ ਸੁੱਖ ਮਿਲੇਗਾ, ਅਸੀਂ ਸਭ ਦੇ ਵਿੱਚੋਂ ਰੱਬ ਨੂੰ ਕਰਦਾ ਦੇਖਾਂਗੇ। ਧਿਆਨ ਰੱਖਣਾ, ਅਸੀਂ ਸਮਝਾਂਗੇ, ਸਾਨੂੰ ਸਮਝ ਆਏਗੀ ਕਿ ਮਾਇਆ ਤਾਂ ਇਹਦੀ ਹੈਲਪ ਕਰ ਰਹੀ ਹੈ। ਧਿਆਨ ਰੱਖਣਾ, ਸਰੀਰ ਹੈ ਕਰਕੇ ਇਹ ਸੰਸਾਰ ਤੇ ਹੈ, ਹਨਾ। ਸਰੀਰ ਮਾਇਆ ਹੈ, ਕਹਿੰਦੇ ਸਰੀਰ ਹੈ ਕਰਕੇ ਸੰਸਾਰ ਵਿੱਚ ਹੈ, ਇਹਨੂੰ ਸਰੀਰ ਹੈਲਪ ਕਰ ਰਿਹਾ ਹੈ ਤਾਂ ਕਿ ਇਹ ਰਹਿੰਦਿਆਂ ਹੋਇਆ ਰੱਬ ਦੇ ਨਾਲ ਰਹਿ ਸਕੇ, ਘੱਟ ਬੈਠੇ ਰੱਬ ਨਾਲ। ਫਿਰ ਘੱਟ ਬੈਠੇ ਰੱਬ ਨੂੰ ਸਰੀਰ ਵਿੱਚੋਂ ਵਰਤਦਾ ਦੇਖੇ ਕਿ ਕਿਵੇਂ ਘੱਟ ਬੈਠਾ ਰੱਬ ਇਸ ਮਾਇਆ ਨੂੰ ਵਰਤ ਰਿਹਾ ਹੈ, ਹਨਾ। ਕਹਿੰਦੇ ਫਿਰ ਜੀਵਨ ਵਿੱਚ ਬੰਦਾ ਆਏ ਰੋਜ਼ ਅੰਦਰ ਤੇ ਬਾਹਰ ਕੰਮ ਕਰਦਾ ਹੋਇਆ, ਜੀਵਨ ਵਿੱਚ ਖਿਆਲ ਆਉਣਾ, ਘੱਟ ਬੈਠੇ ਰੱਬ ਨਾਲ ਜੁੜਨਾ, ਫਿਰ ਖਿਆਲ ਨੂੰ ਕਿਰਿਆ ਦੇ ਵਿੱਚ ਲੈ ਕੇ ਆਉਣਾ, ਫਿਰ ਉਹਨੂੰ ਘੱਟ ਬੈਠੇ ਰੱਬ ਨੂੰ ਕਿਰਿਆ ਵਿੱਚ ਕਰਦਾ ਹੋਇਆ ਦੇਖਣਾ। ਆਏ ਜੀਵਨ ਦੀ ਸੋਝੀ ਬਿਨਾਂ ਇਸ ਗੁਰੂ ਦੇ ਦੱਸੇ ਹੋਏ ਗੁਰ ਤੋਂ ਹੋਰ ਕੋਈ ਰਾਸਤਾ ਹੀ ਨਹੀਂ ਹੈ, ਨਹੀਂ ਹੈ। ਵਿਚਾਰਿਓ, ਸੋ 38 ਪੌੜੀਆਂ ਤੱਕ ਆਪਾਂ ਪਹੁੰਚੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਇੱਕ ਵਾਰ ਪੜੋ। ਕਹਿੰਦੇ ਬਿਨ ਗੁਰ ਭਰਮੈ ਆਵੈ ਜਾਏ, ਬਿਨ ਗੁਰ ਘਾਲ ਨਾ ਪਵਈ ਥਾਏ, ਬਿਨ ਗੁਰ ਮਨੁਆ ਅਤ ਡੋਲਾਏ, ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ, ਬਿਨ ਗੁਰ ਬਸੀਰ ਦਸੈ ਮਰ ਵਾਟ, ਨਾਨਕ ਗੁਰ ਬਿਨ ਘਾਟੈ ਘਾਟ। ਸਤਿਗੁਰ ਸੱਚੇ ਪਾਤਸ਼ਾਹ ਐਸਾ ਜੀਵਨ ਸਾਡੇ ਅੰਦਰ ਕਿਤੇ ਵੀ ਘਾਟ ਨਾ ਆਉਂਦੇ, ਆਏ ਸਾਨੂੰ ਮਹਾਰਾਜ ਆਪਣੇ ਬਾਣੀ ਦੇ, ਬਾਣੀ ਨੂੰ ਗੁਰੂ ਮੰਨਣ ਦੀ ਸਮਰੱਥਾ ਸੋਝੀ ਬਖਸ਼ਿਸ਼ ਕਰਨ। ਸਾਨੂੰ ਘੱਟ ਬੈਠੇ ਰੱਬ ਦੀ ਬਾਣੀ ਆਈ ਹੈ ਕਰਕੇ ਵਿਸ਼ਵਾਸ ਮਨ ਚ ਪੈਦਾ ਕਰਾਉਣ, ਮਨ ਚ ਵਿਸ਼ਵਾਸ ਪੈਦਾ ਹੋਵੇ। ਸਾਡਾ ਮਨ ਘੱਟ ਬੈਠੇ ਰੱਬ ਦੀ ਬਾਣੀ ਰਾਹੀਂ ਘੱਟ ਬੈਠੇ ਰੱਬ ਨੂੰ ਸਮਝਣ ਵਾਸਤੇ, ਮਿਲਣ ਵਾਸਤੇ ਰੋਜ਼ ਬਾਣੀ ਨੂੰ ਪੜ੍ਹੇ, ਫਿਰ ਬਾਣੀ ਨੂੰ ਗੁਰੂ ਜਾਣੇ। ਕਿਸੇ ਵੀ ਤਸਵੀਰ ਨੂੰ ਮੂਹਰੇ ਰੱਖ ਕੇ ਬਾਣੀ ਨੂੰ ਨਹੀਂ ਪੜ੍ਹਨਾ ਜੀ। ਧਿਆਨ ਰੱਖਣਾ, ਕਿਸੇ ਵੀ ਤਸਵੀਰ ਨੂੰ ਮੂਹਰੇ ਰੱਖ ਕੇ ਬਾਣੀ ਤੋਂ ਉੱਚਾ ਨਹੀਂ ਸਮਝਣਾ, ਨਹੀਂ ਸਮਝਣਾ। ਧਿਆਨ ਰੱਖਣਾ, ਫਿਰ ਬਾਣੀ ਗੁਰੂ ਦੇ ਸਮਝ ਨੂੰ ਲੈਂਦੇ ਰਹਿਣਾ, ਗੁਰ ਨਾਲ ਜੁੜੇ ਰਹਿਣਾ। ਅਸੀਂ ਗੁਰ ਸਿੱਖ ਹਾਂ, ਗੁਰੂ ਦੇ ਦਿੱਤੇ ਹੋਏ ਗੁਰ ਨਾਲ ਜੁੜਦੇ ਆ, ਇਹਨੂੰ ਸਿੱਖਦੇ ਆ, ਇਸ ਮੱਤ ਵਿੱਚ ਗੁਰਮਤ ਵਸਾਉਣੇ ਆ। ਇਹ ਬਾਣੀ ਗੁਰਬਾਣੀ ਹੈ ਜਿਹਨੂੰ ਗੁਰੂ ਕਹਿ ਰਿਹਾ। ਧਿਆਨ ਰੱਖਣਾ, ਸੋ ਐਸੀ ਕਿਰਿਆ ਨੂੰ ਕਲੀਅਰ ਕਰਨਾ, ਕਨਸੈਪਟਸ ਬੜੇ ਕਲੀਅਰ ਰੱਖਣਾ। ਧਿਆਨ ਰੱਖਣਾ, ਸੋ ਬਾਣੀ ਜੀ ਦੀ ਵਿਚਾਰ ਕਰਦੇ ਆ, ਅਨੇਕਾਂ ਪ੍ਰਕਾਰ ਦੀਆਂ ਗਲਤੀਆਂ, ਬੇਅਦਬੀਆਂ, ਤਰੁੱਟੀਆਂ ਰਹਿ ਗਈਆਂ ਹਨ ਜੀ। ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਸੰਗਤ ਤੇ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਣਯੋਗ ਹਨ। ਆਓ ਫਤਿਹ ਦਾ ਬਾਜਾ ਸਭ ਫਤਿਹ ਵਿੱਚ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ